ਅਮਰਦਾਸ ਭਗਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਖਾਨ ਪਾਨ ਸਭ ਵਿਧਨ ਕੇ ਭੀਮ ਚੰਦ ਕੋ ਦੀਨ। ਵਾਹਿਗੁਰੂ। ਰਸਤ ਦੇਗ ਤੇ ਅਧਿਕ ਹੀ ਪਹੁੰਚੈ ਹੈ ਆਇਸ ਕੀਨ। ਖਾਨ ਪਾਨ ਸਭ ਵਿਧਨ ਕੇ ਭੀਮ ਚੰਦ ਕੋ ਦੀਨ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਜੀ, ਗਰੀਬ ਨਵਾਜ ਜੀ, ਸੱਚੇ ਪਾਤਸ਼ਾਹ ਜੀ, ਸਮਰੱਥ ਗੁਰੂ ਜੀ, ਦਿਆਲੂ ਜੀ, ਕਿਰਪਾਲੂ ਜੀ, ਮਿਹਰਬਾਨ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਸਤਿਗੁਰੂ ਜੀ ਨੇ ਆਪਾਂ ਸਾਰਿਆਂ ਦੇ ਉੱਤੇ ਕਿਰਪਾ ਕੀਤੀ ਹੈ। ਦੂਰੋਂ ਨੇੜਿਓਂ ਚੱਲ ਕੇ ਆਪ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਸੁਭਾਏਮਾਨ ਹੋਏ ਹੋ। ਸਤਿਗੁਰੂ ਜੀ ਦਾ ਬੇਅੰਤ ਵਾਰ ਬੇਅੰਤ ਵਾਰ ਬੇਅੰਤ ਵਾਰ ਸ਼ੁਕਰ ਹੈ। ਆਓ ਬੜੇ ਹੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਾਂ ਦੀ ਪੁਰੀ ਵਿੱਚ ਬੈਠ ਕੇ ਦੀਨ ਦੁਨੀਆ ਨੂੰ ਦਰਸ਼ਨ ਦੇ ਕੇ ਮਹਾਰਾਜ ਜੀ ਤਾਰ ਰਹੇ ਹਨ। ਜਦੋਂ ਸਮਾਂ ਲੱਗੇ ਆਨੰਦਾਂ ਦੀ ਪੁਰੀ ਆਨੰਦਪੁਰ ਸਾਹਿਬ ਦੀ ਜ਼ਰੂਰ ਹਾਜ਼ਰੀ ਭਰਿਆ ਕਰੋ, ਜ਼ਰੂਰ ਦਰਸ਼ਨ ਕਰਿਆ ਕਰੋ। ਸਿੱਖ ਪੰਥ ਦਾ ਤਖਤ ਐਸਾ ਸੰਗਤ ਜੀਓ, ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਰਾਜਾ ਭੀਮ ਚੰਦ ਆਉਂਦਾ ਹੈ ਜੀ। ਰਾਜਾ ਭੀਮ ਚੰਦ ਕੌਣ ਹੈ? ਕਹਿਲੂਰ ਦੀ ਰਿਆਸਤ ਦਾ ਰਾਜਾ ਹੈ। 22 ਧਾਰ ਦੇ ਜਿਹੜੇ ਰਾਜੇ ਨੇ ਨਾ ਜੀ, ਇਹ 22 ਧਾਰਾਵਾਂ ਨੇ ਜੀ। ਇਹ ਆਨੰਦਪੁਰ ਸਾਹਿਬ ਤੋਂ ਲੈ ਕੇ ਜੰਮੂ ਕਸ਼ਮੀਰ ਇੱਥੋਂ ਤੱਕ ਹੇਮਕੁੰਟ ਸਾਹਿਬ ਦਾ ਜਿਹੜਾ ਇਲਾਕਾ, ਇਹ ਜਿੰਨੇ ਵੀ ਪਹਾੜੀ ਇਲਾਕੇ ਨੇ, ਇਹ 22 ਧਾਰ ਦੀ ਰਿਆਸਤ ਆਉਂਦੀ ਸੀਗੀ ਜੀ ਸਾਰੀ ਜੀ। 22 ਧਾਰਾਵਾਂ ਸਨ ਜੀ। ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਰਿਆਸਤ ਸੀ ਨਾ ਜੀ, ਉਹ ਕਹਿਲੂਰ ਸੀਗੀ ਜੀ।
ਕਹਿਲੂਰ ਬਿਲਾਸਪੁਰ ਦੇ ਵਿੱਚ ਪੈਂਦਾ ਸੀਗਾ ਜੀ। ਬਿਲਾਸਪੁਰ ਦਾ ਬਹੁਤ ਵੱਡਾ ਇਲਾਕਾ ਸੀ ਕਹਿਲੂਰ। ਸਾਧ ਸੰਗਤ ਜੀ, ਭੀਮ ਚੰਦ ਦਾ ਜਿਹੜਾ ਦਾਦਾ ਸੀਗਾ ਜੀ, ਤਾਰਾ ਚੰਦ, ਇਹ ਗਵਾਲੀਅਰ ਦੇ ਕਿਲੇ ਵਿੱਚ ਕੈਦ ਸੀ ਤੇ 6ਵੇਂ ਪਾਤਸ਼ਾਹ ਨੇ ਆਜ਼ਾਦ ਕਰਵਾਇਆ ਸੀਗਾ ਜੀ। ਭੀਮ ਚੰਦ ਦਾ ਦਾਦਾ ਜੀ। ਅੱਗੋਂ ਪੁੱਤ ਹਰੀ ਚੰਦ, ਫਿਰ ਇਹ ਭੀਮ ਚੰਦ ਪੈਦਾ ਹੋਇਆ ਜੀ। ਭੀਮ ਚੰਦ ਹੋਣੀ ਤਾਂ ਸਿਰ ਵੱਢ ਕੇ ਵੀ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਕੇ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਤੇ ਸ਼ੁਕਰਾਨਾ ਨਹੀਂ ਸੀ ਪੂਰਾ ਹੋ ਸਕਦਾ ਜੀ। ਪਤਾ ਕਿਉਂ ਜੀ? ਇਹ ਰਾਜ ਭਾਗ ਸੁੱਖ ਸਹੂਲਤਾਂ ਭੀਮ ਚੰਦ ਹੋਣਾ ਨੂੰ ਗੁਰੂ ਘਰੋਂ ਹੀ ਪ੍ਰਾਪਤ ਹੋਈਆਂ ਸਨ ਜੀ। ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋਈਆਂ ਸੀ। ਜੇ 6ਵੇਂ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਗਵਾਲੀਅਰ ਦੇ ਕਿਲੇ ਵਿੱਚ ਨਾ ਜਾਂਦੇ ਜੀ ਤੇ ਸਤਿਗੁਰੂ ਜੀ ਨੇ ਇਹਨਾਂ ਨੂੰ ਆਜ਼ਾਦ ਨਹੀਂ, ਇਹਨਾਂ ਆਜ਼ਾਦ ਕਿਵੇਂ ਹੋਣਾ ਸੀ? ਮਹਾਰਾਜ ਦੇ ਜਾਣ ਨਾਲ ਹੀ ਆਜ਼ਾਦ ਹੋਏ ਜੀ। ਨਹੀਂ ਤੇ ਭੀਮ ਚੰਦ ਦਾ ਦਾਦਾ ਉੱਥੇ ਹੀ ਰਹਿਣਾ ਸੀਗਾ ਜੀ, ਉੱਥੇ ਹੀ ਮਰ ਮੁੱਕ ਜਾਣਾ ਸੀਗਾ ਜੀ। ਹਾਂਜੀ, ਤੇ ਕਬਜ਼ਾ ਕਿਹਦਾ ਸੀਗਾ ਜੀ? ਉਸ ਸਮੇਂ ਕਬਜ਼ਾ ਪਹਿਲਾਂ ਜਹਾਂਗੀਰ ਸ਼ਾਹਜਹਾਂ ਦਾ ਚੱਲਦਾ, ਫਿਰ ਔਰੰਗਜ਼ੇਬ ਦਾ ਹੋਣਾ ਸੀ। ਇਹਨਾਂ ਦੀ ਰਿਆਸਤ ਤਾਂ ਸਿੱਧੀ ਅਧੀਨ ਹੋਣੀ ਸੀਗੀ ਜੀ, ਸਿੱਧੀ ਅਧੀਨ ਹੋਣੀ ਸੀ। ਕੋਈ ਰਾਜਾ ਨਹੀਂ ਸੀ ਹੋਣਾ। ਭੀਮ ਚੰਦ ਦੀ ਥਾਂ ਉੱਤੇ ਕਿਸੇ ਮੁਸਲਮਾਨ ਸ਼ਾਸਕ ਨੇ ਬੈਠੇ ਹੋਣਾ ਸੀਗਾ ਜੀ। ਮੁਸਲਮਾਨ ਮਾੜਾ ਨਹੀਂ ਹੈ, ਪਰ ਗੱਲ ਕੀ ਹੈ? ਗੱਲ ਇਹ ਹੈ ਵੀ ਔਰੰਗਜ਼ੇਬ ਸਖਤ ਬੰਦਾ, ਉਹਨੇ ਕੋਈ ਤੁਰਕ ਨੂੰ ਬਿਠਾਇਆ ਹੋਣਾ ਸੀਗਾ ਉੱਤੇ ਜੀ। ਸਾਰੀਆਂ ਜਿੰਨੇ 22 ਧਾਰ ਦੇ ਰਾਜੇ ਆ ਜੀ, ਬਹੁਤੇ ਰਾਜੇ ਜਿਹੜੇ ਆ ਉਹ ਸਾਧ ਸੰਗਤ ਜੀ ਕੈਦ ਕੀਤੇ ਹੋਏ ਸੀਗੇ ਜੀ। ਬੜੀ ਮੁਸ਼ਕਲ ਸ਼ਾਹਜਹਾਂ ਨੇ ਕੈਦ ਕੀਤੇ ਸੀਗੇ ਜੀ। ਉਹ ਆਖੋ ਵਾਹਿਗੁਰੂ ਵਾਹਿਗੁਰੂ। ਐਵੇਂ 52 ਰਾਜਿਆਂ ਦੀ ਗਿਣਤੀ ਥੋੜੀ ਬਣਨੀ ਸੀ ਜੀ, ਇਹ ਵੀ ਵਿੱਚੇ ਹੀ ਸੀਗੇ ਸਾਰੇ ਜੀ। 52 ਰਾਜੇ ਸੀਗੇ ਜੀ, ਜਿਨ੍ਹਾਂ ਵਿੱਚੋਂ 22 ਰਾਜੇ ਲਗਭਗ ਇਹ ਸਨ ਜੀ। ਭੀਮ ਚੰਦ ਤੇ ਇਹ ਜਿੰਨੇ ਵੀ ਰਾਜੇ ਆ, ਇਹ ਤਾਂ ਸਿਰ ਵੀ ਭੇਟਾ ਕਰਦੇ ਨਾ ਤਾਂ ਵੀ ਗੁਰੂ ਜੀ ਦਾ ਸ਼ੁਕਰਾਨਾ ਨਹੀਂ ਸੀ ਪੂਰਾ ਕਰ ਸਕਦੇ। ਕਿਉਂ? ਕਿਉਂਕਿ ਇਹ ਬਖਸ਼ਿਸ਼ਾਂ, ਇਹ ਸੁੱਖ, ਇਹ ਪਦਾਰਥ ਸਾਰਾ ਕੁਝ ਗੁਰੂ ਘਰ ਕਰਕੇ ਉਹਨਾਂ ਦਾ ਬਣਿਆ ਹੋਇਆ ਸੀਗਾ ਜੀ। ਇਸ ਕਰਕੇ ਭੀਮ ਚੰਦ ਗੁਰੂ ਜੀ ਦੇ ਚਰਨਾਂ ਵਿੱਚ ਆਇਆ ਜੀ, ਗੁਰੂ ਜੀ ਦੇ ਚਰਨਾਂ ਵਿੱਚ ਆਇਆ। ਮਹਾਰਾਜ ਨੇ ਨੰਦ ਚੰਦ ਜੀ ਦੀ ਤੇ ਆਪਣੇ ਮਾਮਾ ਜੀ ਦੀ, ਮਾਮਾ ਕਿਰਪਾਲ ਚੰਦ ਜੀ ਦੀ ਡਿਊਟੀ ਲਾਈ ਵੀ ਉਹਨੂੰ ਬਾਹਰ ਬਿਠਾਓ, ਭਾਵ ਬਾਹਰ ਉਹਦਾ ਪੜਾਅ ਕਰਾਓ ਜੀ। ਆਨੰਦਪੁਰ ਸਾਹਿਬ ਦੇ ਬਾਹਰ ਉਹਦਾ ਪੜਾਅ ਕਰਾਇਆ ਗਿਆ। ਖਾਣ ਪੀਣ ਵਾਸਤੇ ਉਹਦੇ ਕੋਲ ਪਦਾਰਥ ਭੇਜ ਦਿੱਤੇ ਗਏ ਜੀ। ਫਿਰ ਉਹ ਜਦੋਂ ਮਹਾਰਾਜ ਨੇ ਦੀਵਾਨ ਸਜਾਇਆ ਤੇ ਉਹਨੂੰ ਆਉਣ ਬਾਰੇ ਸੱਦਾ ਦਿੱਤਾ ਤੇ ਗੁਰੂ ਕੇ ਸਿੱਖ ਕਹਿੰਦੇ ਮਹਾਰਾਜ ਫੌਜਾਂ ਨੂੰ ਨਾ ਆਉਣ ਦਿਓ, ਇਹਨਾਂ ਪਹਾੜੀ ਰਾਜਿਆਂ ਦਾ ਕੋਈ ਨਹੀਂ ਜੇ ਪਤਾ ਕਿਹੜੇ ਵੇਲੇ ਕੀ ਕਰ ਦੇਣ ਜੀ। ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ ਵੀ ਅਸੀਂ ਕਿਹੜਾ ਡਰਦੇ ਹਾਂ, ਆ ਜਾਵੇ ਫੌਜ ਲੈ ਕੇ ਆ ਜੇ, ਕੋਈ ਗੱਲ ਨਹੀਂ। ਇਸ ਤਰੀਕੇ ਨਾਲ ਸਾਧ ਸੰਗਤ ਜੀ ਕਈ ਗੱਲਾਂ ਹੋਈਆਂ ਜੀ। ਤੁਸੀਂ ਕਥਾ ਸੁਣ ਲਈ ਹੈ, ਪ੍ਰਸੰਗ ਸੁਣ ਲਿਆ, ਸਾਰਾ ਸੁਣਾਈਏ ਫਿਰ ਅੱਗੋਂ ਲੜੀਵਾਰ ਕਥਾ ਛੇਤੀ ਨਹੀਂ ਸ਼ੁਰੂ ਹੁੰਦੀ ਜੀ। ਧੰਨ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਭੀਮ ਚੰਦ ਆ ਗਿਆ ਜੀ। ਭੀਮ ਚੰਦ ਬੈਠਾ, ਰਾਜੀ ਖੁਸ਼ੀ ਪੁੱਛੀ ਜੀ। ਭੀਮ ਚੰਦ ਨੂੰ ਮਹਾਰਾਜ ਨੇ ਰਾਜ ਭਾਗ ਬਾਰੇ ਪੁੱਛਿਆ। ਉਹਨੇ ਦੱਸਿਆ ਵੀ ਮਹਾਰਾਜ ਸਾਰੇ ਇਲਾਕੇ ਆਪਣੇ ਹੀ ਅਧੀਨ ਨੇ ਜੀ। ਹੁਣ ਆਪਾਂ ਪਾਉਂਟਾ ਸਾਹਿਬ ਜਾਂਦੇ ਜੀ, ਉੱਥੇ ਨਾਨ ਇਲਾਕਾ ਆਉਂਦਾ ਜੀ, ਨਾਨ ਆਉਂਦਾ ਵਾ। ਫਿਰ ਇੱਕ ਬੰਨੇ ਗੜਵਾਲ ਹੈ ਜੀ, ਇਹ ਸਾਰੇ ਇਲਾਕੇ ਇਹਨਾਂ ਦੇ ਹੀ ਸੀਗੇ ਜੀ। ਨਾਨ ਦਾ ਰਾਜਾ ਮੇਦਨੀ ਪ੍ਰਕਾਸ਼ ਹੈ। ਮੇਦਨੀ ਪ੍ਰਕਾਸ਼ ਦੀ ਅਜੇ ਚੰਗੀ ਤਰ੍ਹਾਂ ਨਹੀਂ ਸੀ ਬਣਦੀ ਭੀਮ ਚੰਦ ਨਾਲ ਜੀ, ਉਹ ਥੋੜਾ ਖੜਦਾ ਸੀਗਾ ਇਹਨਾਂ ਅੱਗੇ ਜੀ। ਖੈਰ ਰਹੋ ਵਿਚਾਰ, ਭੀਮ ਚੰਦ ਨੇ ਆਪਣਾ ਰਾਜ ਭਾਗ ਗਣਾਇਆ ਸੱਚੇ ਪਾਤਸ਼ਾਹ ਨੂੰ। ਭੀਮ ਚੰਦ ਬੈਠਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਇਹ ਚੀਜ਼ਾਂ ਵੀ ਵਿਖਾਓ ਜਿਹੜੀਆਂ ਤੁਹਾਡੇ ਕੋਲ ਹੈਗੀਆਂ। ਮਹਾਰਾਜ ਨੇ ਪੰਜ ਕਲਾ ਸ਼ਸਤਰ ਵਿਖਾਇਆ, ਚੌਂਕੀ ਵਿਖਾਈ। ਕਹਿੰਦਾ ਮਹਾਰਾਜ ਮੈਂ ਸੁਣਿਆ ਇੱਕ ਹਾਥੀ ਵੀ ਹੈਗਾ। ਮਹਾਰਾਜ ਕਹਿੰਦੇ ਕੱਲ ਨੂੰ ਵਿਖਾਵਾਂਗੇ। ਭੀਮ ਚੰਦ ਸਤਿਗੁਰੂ ਜੀ ਨੂੰ ਵੇਖਦਾ, ਕੀ ਵੇਖਦਾ? ਵੇਖਦਾ ਹੀ ਰਹਿ ਜਾਂਦਾ ਜੀ।
ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦਾ ਵੀ ਦੁਆਪਰ ਯੁੱਗ ਵਿੱਚ ਸੁਣਿਆ ਵੀ ਕ੍ਰਿਸ਼ਨ ਜੀ ਬੜੇ ਸੋਹਣੇ ਹੋਏ ਆ। ਦੁਆਪਰ ਯੁੱਗ ਦੇ ਕ੍ਰਿਸ਼ਨ ਜੀ ਬਹੁਤ ਸੋਹਣੇ ਹੋਏ ਆ ਤੇ ਭੀਮ ਚੰਦ ਆਪਣੇ ਮਨ ਵਿੱਚ ਸੋਚਦਾ ਵੀ ਇਹਨਾਂ ਵਰਗੇ ਹੀ ਹੋਣੇ ਆ ਜਿੱਡੇ ਸੋਹਣੇ ਇਹ ਨੇ। ਵੇਖੋ ਉਹਦੇ ਵਾਸਤੇ ਉਹਦੀ ਜ਼ਿੰਦਗੀ ਵਿੱਚ ਜੇ ਕੋਈ ਸਭ ਤੋਂ ਸੋਹਣਾ ਹੈਗਾ ਸੀ ਉਹ ਕ੍ਰਿਸ਼ਨ ਜੀ ਸੀਗੇ ਜੀ। ਹਾਂਜੀ, ਤੇ ਉਹ ਕ੍ਰਿਸ਼ਨ ਜੀ ਬਾਰੇ ਵੀ ਸੋਚਦਾ ਵੀ ਕ੍ਰਿਸ਼ਨ ਜੀ ਇਹਨਾਂ ਵਰਗੇ ਹੋਣੇ। ਇੱਥੋਂ ਅੰਦਾਜ਼ਾ ਲਾਓ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿੰਨੀ ਸਿਫਤ ਕਰਦਾ ਜੀ। ਉਹਦੇ ਮਨ ਵਿੱਚ ਕਿੰਨਾ ਰਿਗਾਰਡ ਪੈਦਾ ਹੋ ਗਿਆ ਜੀ, ਦਰਸ਼ਨ ਕਰਕੇ ਖੁਸ਼ ਹੋਇਆ ਜੀ ਉਹ। ਸੋ ਆਪਣੇ ਵਜ਼ੀਰ ਨੂੰ ਕਹਿੰਦਾ ਜੀ ਤੁਰਦਾ ਤੁਰਦਾ ਵੀ ਸੋਹਣੇ ਬੜੇ ਵਾਕਈ। ਉਹ ਕਹਿੰਦਾ ਸੋਹਣੇ ਕਿਉਂ ਨਾ ਹੋਣ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ ਬੈਠੇ ਨੇ, ਗੱਦੀ ਤੇ ਬੈਠੇ ਨੇ। ਹੁਣ ਜੇ ਤੇ ਭੀਮ ਚੰਦ ਗੱਲ ਚੇਤਾ ਕਰੇ ਵੀ ਮੇਰੇ ਦਾਦੇ ਦੇ ਉੱਤੇ ਇਹਨਾਂ ਦੇ ਦਾਦੇ ਨੇ ਕਿਰਪਾ ਕੀਤੀ ਸੀ ਤੇ ਪੂਰੀ ਨਿਮਰਤਾ ਵਿੱਚ ਆ ਜੇ ਜੀ, ਪਰ ਉਹ ਗੱਲ ਚੇਤਾ ਨਹੀਂ ਕਰ ਰਿਹਾ ਜੀ। ਦਸਵੇਂ ਪਾਤਸ਼ਾਹ ਦੇ ਦਾਦਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਭੀਮ ਚੰਦ ਦੇ ਦਾਦੇ ਦੇ ਉੱਤੇ ਕਿਰਪਾ ਕੀਤੀ ਜੀ। ਜੇ ਉਹ ਸੋਚੇ ਤੇ ਸਾਧ ਸੰਗਤ ਜੀ ਉਹ ਪੂਰਾ ਸ਼ੁਕਰਾਨੇ ਵਿੱਚ ਆਵੇ। ਚਲੋ ਹੁਣ ਆਪਾਂ ਅੱਗੇ ਕਥਾ ਨੂੰ ਸੁਣਦੇ ਹਾਂ। ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਖਾਨ ਪਾਨ ਸਭ ਵਿਧਨ ਕੇ ਭੀਮ ਚੰਦ ਕੋ ਦੀਨ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਗੁਰੂ ਕੇ ਸਿੱਖਾਂ ਨੇ ਭੀਮ ਚੰਦ ਦੇ ਖਾਣ ਪੀਣ ਦਾ ਹਰ ਗੱਲ ਦਾ ਪੂਰਾ ਪੂਰਾ ਧਿਆਨ ਰੱਖਿਆ। ਰਸਤ ਦੇਗ ਤੇ ਅਧਿਕ ਹੀ ਪਹੁੰਚੈ ਆਇਸ ਕੀਨ। ਗਰੀਬ ਨਵਾਜ ਜੀ ਨੇ ਕਿਹਾ ਵੀ ਵਾਧੂ ਪਦਾਰਥ ਦੇ ਕੇ ਆਉਣੇ ਉਹਨੂੰ, ਅਧਿਕ ਪਦਾਰਥ ਦੇ ਕੇ ਆਉਣੇ ਐ ਲੰਗਰ ਵਿੱਚੋਂ। ਹਾਂਜੀ, ਚੌਪਈ। ਤ੍ਰਿਣ ਦਾਨਾ ਕ੍ਰਿਤ ਸਿਤਾ ਨਿਹਾਰੀ। ਉਹ ਸਾਧ ਸੰਗਤ ਜੀ ਘਾਹ, ਦਾਣੇ, ਖੰਡ, ਦੇਸੀ ਘਿਓ, ਇਹ ਸਾਰਾ ਕੁਝ ਲੰਗਰ ਵਿੱਚੋਂ ਜਾਂਦਾ ਸੀ ਭੀਮ ਚੰਦ ਵਾਸਤੇ ਜੀ। ਦੇਹੋ ਦਿਵਸ ਪ੍ਰਤ ਹਾਏ ਸੰਭਾਰੀ। ਮਹਾਰਾਜ ਕਹਿਣ ਲੱਗੇ ਹਰ ਰੋਜ਼ ਦੇਣਾ, ਜਿੰਨਾ ਚਿਰ ਤੱਕ ਭੀਮ ਚੰਦ ਹੈ ਨਾ ਉਹਨੂੰ ਕਮੀ ਨਾ ਆਵੇ ਕਿਸੇ ਗੱਲ ਦੀ। ਸੂਖਮ ਚਾਵਰ ਗੋਤਮ ਚੂਨ। ਐ ਸਾਧ ਸੰਗਤ ਜੀ ਉਹਨਾਂ ਨੇ ਸੂਖਮ ਚਾਵਲ, ਆਖੋ ਵਾਹਿਗੁਰੂ, ਵਾਹਿਗੁਰੂ। ਵਧੀਆ ਚੌਲ, ਆਟਾ। ਹਾਂਜੀ, ਜਾਚ ਹੈ ਜਿਤਕ ਨਾ ਦੇਤੇ ਊਨ। ਗੁਰੂ ਕੇ ਸਿੱਖ ਪਹੁੰਚਾਉਂਦੇ ਆ ਜੀ, ਕਿਉਂਕਿ ਉਹਦੇ ਨਾਲ ਵੀ ਫੌਜਾਂ ਜੀ, ਉਹਨੂੰ ਵੀ ਲੋੜ ਹੈ। ਹਾਂਜੀ, ਗੁਰ ਘਰ ਕਮੀ ਨਾ ਕਿਸ ਕੀ ਅਹ। ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਘਰ ਕਿਸੇ ਗੱਲ ਦੀ ਕਮੀ ਥੋੜੀ ਹੈਗੀ ਹੈ ਜੀ। ਹਾਂਜੀ, ਪ੍ਰਾਪਤ ਹੋਤ ਜਥਾ ਸੋਚ ਹੈ। ਜੋ ਜੋ ਉਹਨਾਂ ਨੂੰ ਚਾਹੀਦਾ ਸੀ ਉਹ ਸਾਰਾ ਕੁਝ ਗੁਰੂ ਘਰ ਵਿੱਚੋਂ ਮਿਲਦਾ ਸੀਗਾ ਜੀ। ਵੇਖੋ ਲੰਗਰ ਦੀ ਤੇ ਗੁਰੂ ਘਰ ਵੈਸੇ ਹੀ ਨਹੀਂ ਕਮੀ ਹੈਗੀ ਜੀ, ਲੰਗਰ ਦੀ ਤੇ ਕਮੀ ਨਹੀਂ ਹੈਗੀ ਜੀ। ਹਾਂਜੀ, ਪੁਰ ਆਨੰਦ ਅਤ ਖੁਸ਼ੀ ਬਿਹਾਰੈ। ਆਨੰਦਪੁਰ ਸਾਹਿਬ ਦੇ ਵਿੱਚ ਭੀਮ ਚੰਦ ਵੇਖਦਾ ਵੀ ਖੁਸ਼ੀਆਂ ਹੀ ਖੁਸ਼ੀਆਂ ਨੇ, ਆਨੰਦ ਹੀ ਆਨੰਦ ਹੈ ਜੀ। ਨਿਤ ਪ੍ਰਤ ਕੌਤਕ ਨਵੋ ਨਿਹਾਰੈ। ਹਰ ਰੋਜ਼ ਨਵੇਂ ਨਵੇਂ ਕੌਤਕ, ਨਵੀਂ ਨਵੀਂ ਖੇਡ ਗੁਰੂ ਜੀ ਦੀ ਕਿਰਪਾ ਨਾਲ ਵਰਤਦੀ ਹੈ। ਸੋ ਦਿਨ ਰਜਨੀ ਬੀਤੀ ਜਬੈ ਭਈ ਪ੍ਰਭਾਤ ਉੱਠੇ ਨਰ ਸਬੈ। ਸੋ ਉਹ ਰਾਤ ਲੰਘ ਗਈ ਸੀ ਜਿਸ ਦਿਨ ਭੀਮ ਚੰਦ ਗੁਰੂ ਜੀ ਨੂੰ ਮਿਲਿਆ। ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਸਾਰੇ ਉੱਠੇ ਜੀ। ਹੁਕਮ ਫਰਾਸ਼ਨ ਸਾਥ ਬਖਾਨਾ ਡੇਰਾ ਲਗੈ ਥਾਨ ਮੈਦਾਨਾ। ਆਖੋ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਨੇ ਫਰਾਸ਼ਾਂ ਨੂੰ ਜੀ, ਪੁਰਾਣੀ ਪਦਵੀ ਹੈ, ਅੱਜ ਵੀ ਹਰਿਮੰਦਰ ਸਾਹਿਬ ਫਰਾਂਸ਼ ਹੈਗੇ ਜੀ। ਫਰਾਂਸ਼ 3-4 ਫਰਾਂਸ਼ ਨੇ ਜੀ, ਉਹਨਾਂ ਦੀ ਡਿਊਟੀ ਹੈ ਵਿਛਾਈ ਕਰਨ ਦੀ ਜੀ, ਅੰਦਰ ਮਹਾਰਾਜ ਦੇ ਦਰਬਾਰ ਦੀ ਜੀ। ਮਹਾਰਾਜ ਨੇ ਉਹਨਾਂ ਸਿੱਖਾਂ ਨੂੰ ਸੱਦਿਆ ਜਿਨ੍ਹਾਂ ਦੀ ਡਿਊਟੀ ਸੀ ਵਿਛਾਈ ਕਰਨ ਦੀ।
ਮਹਾਰਾਜ ਕਹਿਣ ਲੱਗੇ ਅੱਜ ਖੁੱਲੇ ਮੈਦਾਨ ਵਿੱਚ ਪੰਡਾਲ ਲਾਓ। ਤੇ ਪੰਡਾਲ ਕਿਹੜਾ ਲਾਉਣਾ ਜੀ? ਉਹ ਕਾਬਲ ਦੀਆਂ ਸੰਗਤਾਂ ਜਿਹੜਾ 2 ਲੱਖ 2.5 ਲੱਖ ਦਾ ਤੰਬੋਲ ਦੇ ਕੇ ਗਏ ਨਾ, ਮਹਾਰਾਜ ਕਹਿੰਦੇ ਉਹ ਲਾਓ ਅੱਜ। ਉਹਦੀ ਤੇ ਸ਼ੋਭਾ ਹੀ ਬੜੀ ਜੀ। ਹਾਂਜੀ। ਦੁਰਦ ਪ੍ਰਸਾਦੀ ਕਰੋ ਸ਼ਿੰਗਾਰਨ। ਫਿਰ ਖੁੱਲੀ ਥਾਂ ਤੇ ਪੜਾ ਲਾ ਕੇ ਪੰਡਾਲ ਲਾ ਕੇ ਵਿਛਾਈ ਕਰੋ ਤੇ ਨਾਲੇ ਪ੍ਰਸਾਦੀ ਹਾਥੀ ਨੂੰ ਵੀ ਸ਼ਿੰਗਾਰੋ। ਮਹਾਰਾਜ ਬੜਾ ਪਿਆਰ ਕਰਦੇ ਜੀ ਪ੍ਰਸਾਦੀ ਹਾਥੀ ਨੂੰ। ਹਾਂਜੀ। ਕੰਚਨ ਚਾਂਦੀ ਸ਼੍ਰੀਖਲ ਡਾਰਨ। ਸੋਨੇ ਚਾਂਦੀ ਦੇ ਸੰਗਲ ਪਾਉਣੇ ਕਹਿਣ ਲੱਗੇ, ਸੋਨੇ ਚਾਂਦੀ ਦੇ। ਹਾਂਜੀ। ਮਖਮਲ ਜ਼ਰੀਦਾਰ ਵੱਡ ਝੂਲ। ਹਾਂਜੀ। ਗੱਜ ਗਾਹਨ ਬੰਦ ਹੋ ਰਹਿ ਝੂਲ। ਜਰੀਦਾਰ ਵੱਡੇ ਵੱਡੇ ਝੂਲ ਪਾਉਣੇ, ਬਸਤਰ ਪਾਉਣੇ ਜੀ ਉਹਨਾਂ ਉੱਤੇ। ਆ ਵੇਖਿਆ ਨਾ ਨਗਰ ਕੀਰਤਨ 'ਚ ਜਦੋਂ ਸਜਾਏ ਹੁੰਦੇ ਆ ਹਾਥੀ, ਉਹਨਾਂ ਉੱਤੇ ਸੋਹਣੇ ਸੋਹਣੇ ਬਸਤਰ ਪਾਏ ਹੁੰਦੇ ਜੀ, ਉਹ ਪਾਉਣੇ ਆ। ਫਿਰ ਗਜਗਾਹ ਪਾਉਣਾ। ਮਹਾਰਾਜ ਕਹਿਣ ਲੱਗੇ ਉਹਦੇ ਉੱਤੇ ਗਜਗਾਹ ਬੰਨੋ ਚੰਗੀ ਤਰ੍ਹਾਂ ਜਿਹੜਾ ਝੂਲੇ ਉੱਤੇ। ਹਾਂਜੀ। ਸੁਨ ਉਮਾਹਾ ਸਭ ਤੇ ਹੋਏ ਆਇਓ। ਉਹ ਜਦੋਂ ਤੰਬੋਲ ਲਾਉਣ ਬਾਰੇ ਕਿਹਾ, ਗੁਰਸਿੱਖਾਂ ਨੂੰ ਤੇ ਚਾਅ ਚੜ ਗਿਆ ਜੀ, ਕਿਉਂ ਸੋਹਣਾ ਬੜਾ ਲੱਗਦਾ ਜੀ। ਉਹ ਸਾਰਿਆਂ ਨੂੰ ਚਾਅ ਚੜ ਗਿਆ। ਭੀਮ ਚੰਦ ਕੋ ਗੁਰ ਅਪਨਾਇਓ। ਆਖੋ ਵਾਹਿਗੁਰੂ। ਵਾਹਿਗੁਰੂ। ਨਾਲੇ ਉਹ ਸੋਚਦੇ ਆ ਸਿੱਖ ਵੀ ਭੀਮ ਚੰਦ ਕੋ ਗੁਰ ਅਪਨਾਇਓ, ਵੀ ਗੁਰੂ ਜੀ ਨੇ ਭੀਮ ਚੰਦ ਨੂੰ ਅਪਣਾ ਲਿਆ ਹੈ। ਹਾਂਜੀ। ਚਿੱਤ ਚੌਪਤ ਸਭ ਕਾਰ ਕਰਨ ਤੇ। ਸਿੱਖ ਗੁਰੂ ਪਿਆਰੇ ਬੜੀ ਖੁਸ਼ੀ ਦੇ ਨਾਲ ਸਾਰਾ ਕਾਰਜ ਕਰ ਰਹੇ ਜੀ। ਬੜੀ ਖੁਸ਼ੀ ਦੇ ਨਾਲ ਉਹ ਬਾਹਰ ਤੰਬੋਲ ਲਾ ਰਹੇ ਆ ਜੀ। ਡੇਰਾ ਸਭ ਲਗਾਏ ਦੁੱਤਵੰਤੇ। ਸੋਹਣਾ ਬਾਹਰ ਤਿਆਰੀ ਕੀਤੀ, ਪੰਡਾਲ ਲਾਇਆ ਜੀ, ਬਹੁਤ ਸੋਹਣਾ। ਖਾਨ ਪਾਨ ਸਭ ਹਿਨ ਕਰ ਲੀਨ। ਸਵੇਰ ਦੇ ਸਤਸੰਗ ਤੋਂ ਬਾਅਦ ਜਲ ਪਾਣੀ ਪ੍ਰਸ਼ਾਦ ਪਾਣੀ ਸਾਰਿਆਂ ਨੇ ਛਕ ਲਿਆ ਜੀ। ਜਾਨ ਸਮੋ ਗੁਰ ਉਠਬੋ ਕੀਨ। ਸਮਾਂ ਹੋਇਆ ਬਾਹਰ ਜਾਣ ਦਾ ਜੀ, ਉਸ ਪਾਸੇ ਜਿੱਥੇ ਬਾਹਰ ਮੈਦਾਨ ਵਿੱਚ ਪੰਡਾਲ ਲੱਗਾ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਹੁਣ ਵੀ ਵਿਸ਼ੇਸ਼ ਸਮਾਗਮ ਹੋਣ ਤੇ ਬਾਹਰ ਪੰਡਾਲ ਲੱਗਦੇ ਜੀ। ਸਮਾਂ ਹੋਇਆ, ਉਹ ਪੰਡਾਲ ਲੱਗ ਗਿਆ ਜੀ। ਮਹਾਰਾਜ ਉੱਠੇ ਜੀ। ਸੁੰਦਰ ਸਦਨ ਦਵਾਰ ਤੇ ਨਿਕਸੇ। ਗਰੀਬ ਨਵਾਜ ਗੁਰੂ ਕੇ ਮਹਿਲੋਂ ਸਾਧ ਸੰਗਤ ਜੀ ਉੱਥੋਂ ਸਤਿਗੁਰੂ ਜੀ ਨੇ ਚਾਲਾ ਪਾਉਣ ਲਈ ਆਪਣੇ ਘਰ ਤੋਂ ਬਾਹਰ ਨੂੰ ਆ ਰਹੇ ਹਨ ਸੱਚੇ ਪਾਤਸ਼ਾਹ ਸਿੱਖਾਂ ਸਮੇਤ। ਜਿਮ ਅਰਵਿੰਦ ਬਿਲੋਚਨ ਬਿਕਸੇ। ਕਹਿੰਦੇ ਸਤਿਗੁਰੂ ਜੀ ਦੇ ਨੇਤਰ ਐਨ ਖਿੜੇ ਹੋਏ ਆ, ਦਰਸ਼ਨ ਕਰੋ ਨਾਲ ਨਾਲ। ਆਖੋ ਵਾਹਿਗੁਰੂ। ਮਹਾਰਾਜ ਜੀ ਦੇ ਨੇਤਰ ਖਿੜੇ ਹੋਏ ਨੇ ਸਾਧ ਸੰਗਤ ਜੀ। ਹਾਂਜੀ। ਖੜਗ ਨਿਖੰਗ ਅੰਗ ਕੇ ਸੰਗ। ਮਹਾਰਾਜ ਨੇ ਵੱਡੀ ਤਲਵਾਰ ਸ੍ਰੀ ਸਾਹਿਬ ਆਪਣੇ ਗਾਤਰੇ ਸਜਾਈ ਹੈ। ਫਿਰ ਤੀਰਾਂ ਦਾ ਪੱਥਾ ਲਾਇਆ ਆਪਣੇ ਮੋਢੇ ਦੇ ਉੱਤੇ। ਝੂਲਤ ਕਲਗੀ ਚਲਤ ਉਮੰਗ। ਧੰਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਉੱਤੇ ਬੜੀ ਸੋਹਣੀ ਕਲਗੀ ਝੂਲ ਰਹੀ ਹੈ ਜੀ। ਚਪਲ ਚਾਲ ਸ਼ੋਭਤ ਇਸ ਭਾਂਤ। ਐ ਚੰਚਲ ਚਾਲ ਵਾਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੰਚਲ ਚਾਲ ਹੈ, ਭਾਵ ਬੜੀ ਸੋਹਣੀ ਚਾਲ ਹੈ ਜੀ। ਜਦੋਂ ਮਹਾਰਾਜ ਤੁਰਦੇ ਆ ਨਾ, ਕਿਆ ਬਾਤ ਹੈ ਜੀ। ਆਖੋ ਵਾਹਿਗੁਰੂ। ਕਈਆਂ ਨੂੰ ਤੇ ਵੇਖਿਆ ਤੁਰਨਾ ਹੀ ਨਹੀਂ ਆਉਂਦਾ। ਇਹ ਆਦਤਾਂ ਵਿਗੜੀਆਂ ਹੁੰਦੀਆਂ ਜੀ। ਕਈ ਬੜਾ ਸੋਹਣਾ ਤੁਰਦੇ ਆ ਜੀ। ਜਦੋਂ ਤੁਰਦੇ ਆ ਨਾ ਜੀ, ਇਹ ਰੱਬ ਨੇ ਗੁਣ ਬਖਸ਼ੇ ਹੁੰਦੇ ਸਾਧ ਸੰਗਤ ਜੀ। ਫਿਰ ਜੀ ਕਰਦਾ ਉਹਨਾਂ ਨੂੰ ਵੇਖੀਏ, ਕਿੱਡਾ ਸੋਹਣਾ ਪਰਮੇਸ਼ਰ ਨੇ ਇਹਨਾਂ ਨੂੰ ਬੁੱਧੀ ਬਖਸ਼ਿਸ਼ ਕੀਤੀ। ਕਈ ਦਰਸ਼ਨੀ ਸਿੰਘ ਜਦੋਂ ਤੁਰਦੇ ਆ ਸਾਧ ਸੰਗਤ ਜੀ, ਬੜਾ ਮਨ ਆਨੰਦ ਵਿੱਚ ਹੁੰਦਾ, ਗਦ ਗਦ ਹੋ ਜਾਂਦਾ ਜੀ। ਮਹਾਰਾਜ ਬੜੇ ਪ੍ਰੇਮ ਨਾਲ ਤੁਰਦੇ ਹੋਏ ਆ ਰਹੇ ਆ। ਬੜੀ ਸੋਹਣੀ ਚਾਲ ਹੈ ਸੱਚੇ ਪਾਤਸ਼ਾਹ ਜੀ ਦੀ ਜੀ। ਹਾਂਜੀ। ਕਈ ਵੇਖੋ ਨਾ ਆਕੜ ਕੇ ਤੁਰਦੇ ਆ, ਕਈ ਕਿਹੇ ਹਿਸਾਬ ਨਾਲ ਤੁਰਦੇ ਆ। ਮਹਾਰਾਜ ਜੀ ਦੀ ਤੋਰ ਬੜੀ ਵਧੀਆ ਜੀ। ਭਗਤਾਂ ਕੀ ਚਾਲ ਨਿਰਾਲੀ। ਹਾਂ, ਜੀਵਨ ਪੱਖੋਂ ਵੀ ਤੇ ਉਂਝ ਵੀ ਸੋਹਣੀ ਹੈ। ਨਿਰਾਲੀ ਦਾ ਅਰਥ ਸੋਹਣੀ ਹੈ। ਗੱਜ ਕੋ ਬਤਸ਼ ਪੁਸ਼ਟ ਉਤਲਾਤ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਆ ਰਹੇ ਨੇ। ਉਧਰ ਗੱਜ ਕੋ ਬਤਸ਼ ਪੁਸ਼ਟ ਉਤਲਾਤ। ਹਾਥੀ ਦਾ ਬੱਚਾ
ਉਹਦਾ ਕੱਦ ਛੋਟਾ ਨਾ ਜੀ, ਪ੍ਰਸਾਦੀ ਹਾਥੀ ਦਾ ਭਾਵ ਪ੍ਰਸਾਦੀ ਹਾਥੀ ਬੜਾ ਸੋਹਣਾ ਰੱਜਿਆ ਪੁੱਜਿਆ, ਹੁਣ ਤੇ ਹੋਰ ਮੋਟਾ ਹੋਇਆ ਜੀ ਕਲਗੀਧਰ ਜੀ ਕੋ ਆ ਕੇ। ਆਖੋ ਵਾਹਿਗੁਰੂ। ਵਾਹਿਗੁਰੂ। ਜਿੰਨਾ ਮੋਟਾ ਰਾਜੇ ਨੇ ਕੀਤਾ ਸੀ ਨਾ ਜੀ ਰਤਨ ਰਾਏ ਨੇ, ਹੁਣ ਹਾਥੀ ਹੋਰ ਮੋਟਾ ਹੋਇਆ ਜੀ ਉਹ। ਹਾਂਜੀ, ਤੰਬੂ ਦਵਾਰ ਚਾਨੜੀ ਚਾਰੂ। ਉਹ ਕਾਲੀ ਕਾਲੀ ਤੁਰਦਾ ਜੀ ਹਾਥੀ ਪ੍ਰਸਾਦੀ ਜੀ, ਉਸ ਪਾਸੇ ਆ ਰਿਹਾ ਹੈ। ਹਾਂਜੀ, ਤੰਬੂ ਦਵਾਰ ਚਾਨਣੀ ਚਾਰੂ, ਸ਼ੋਭਤ ਫਰਸ਼ ਅਨੇਕ ਪ੍ਰਕਾਰੂ। ਉਧਰ ਕਾਬਲੀ ਤੰਬੂ ਜਿਹੜਾ 2.5 ਲੱਖ ਦਾ ਤੰਬੋਲ ਹੈ ਉਹ ਲੱਗਿਆ। ਲਓ ਜੀ, ਉਹਦੇ ਤੇ ਉਹਦੀਆਂ ਕੰਧਾਂ ਹੀ ਬੜੀਆਂ ਸੋਹਣੀਆਂ ਬਣਾਈਆਂ, ਭਾਵ ਪਰਦੇ ਬੜੇ ਸੋਹਣੇ ਬਣਾਏ ਆ। ਉਹ ਤੇ ਬਹੁਤਾ ਹੀ ਫੱਬੇ ਜੀ, ਬਹੁਤ ਹੀ ਜ਼ਿਆਦਾ ਫੱਬੇ। ਹਾਂਜੀ, ਸਿੰਘਾਸਨ ਸੁੰਦਰ ਤਹਿ ਡਸਾਇਓ। ਫਿਰ ਉਹਦੇ ਵਿੱਚ ਸਿੰਘਾਸਨ ਸੁੰਦਰ ਟਹਿ ਡਸਿਓ। ਬੜਾ ਸੋਹਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿੰਘਾਸਨ ਸੱਜਿਆ ਹੋਇਆ ਜੀ ਪਹਿਲਾਂ ਹੀ ਜੀ। ਰੇਸ਼ਮ ਜ਼ਰੀ ਡੋਰ ਸੰਗ ਕੱਸਿਓ। ਜਿਹੜਾ ਰੇਸ਼ਮ ਦੀਆਂ ਰੱਸੀਆਂ ਦੇ ਨਾਲ ਕੱਸਿਆ ਹੋਇਆ ਜੀ, ਉਹਦੇ ਤੇ ਵਿਛਾਈ ਹੋਈ ਚਿੱਟੀ ਦੁੱਧ ਵਰਗੀ। ਜਿਸ ਪਰ ਬੈਠੇ ਜਾਏ ਗੋਸਾਈ। ਹਾਂਜੀ, ਜਗਮਗ ਚਮਤਕਾਰ ਜਿਸ ਥਾਈ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦੇ ਵਿੱਚ ਖੁੱਲੇ ਮੈਦਾਨ ਦੇ ਵਿੱਚ 2.5 ਲੱਖ ਦਾ ਜਿੱਥੇ ਤੰਬੋਲ ਲੱਗਾ, ਉਸ ਤੰਬੋਲ ਵਿੱਚ ਆਪਣੇ ਆਸਣ ਦੇ ਉੱਤੇ ਆ ਕੇ ਸੱਜ ਗਏ ਜੀ। ਵੱਡੀ ਸ੍ਰੀ ਸਾਹਿਬ ਸਜਾਈ ਹੈ, ਪੱਥਾ ਸਜਾਇਆ, ਕਲਗੀ ਝੂਲ ਰਹੀ ਹੈ। ਬੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਿੱਖ ਬਣ ਰਹੀ ਹੈ। ਮਾਤੁਲ ਤਬ ਕਿਰਪਾਲ ਚਲ ਆਇਓ। ਸਤਿਗੁਰੂ ਜੀ ਦੇ ਮਾਮਾ ਜੀ, ਮਾਮਾ ਕਿਰਪਾਲ ਚੰਦ ਜੀ ਵੀ ਚੱਲ ਕੇ ਆ ਗਏ ਜੀ। ਸਤਿਗੁਰ ਨਿਕਟ ਬੈਠ ਹਰਖਾਇਓ। ਉਹ ਵੀ ਮਹਾਰਾਜ ਜੀ ਦੇ ਲਾਗੇ ਬੈਠ ਗਏ। ਬੜੇ ਖੁਸ਼ ਨੇ ਮਹਾਰਾਜ ਜੀ ਦੇ ਮਾਮਾ ਜੀ। ਪੰਚੋਂ ਵੀਰ ਸ਼ਸਤਰ ਤਨ ਧਾਰੀ। ਬੀਬੀ ਵੀਰੋ ਜੀ ਦੇ 5 ਪੁੱਤਰ ਸਤਿਗੁਰੂ ਜੀ ਦੇ ਭਰਾ, ਉਹ ਵੀ ਸ਼ਸਤਰਧਾਰੀ ਆ ਕੇ ਬੈਠ ਗਏ ਹਨ। ਥਿਰੇ ਆਨ ਕਰ ਢਿਗ ਦਰਬਾਰੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਬੈਠ ਗਏ ਤੇ ਦਰਬਾਰੀ ਵੀ ਆ ਗਏ। ਆਖੋ ਵਾਹਿਗੁਰੂ। ਵਾਹਿਗੁਰੂ। ਕੁਝ ਸਿੱਖ ਸਨ ਜਿਹੜੇ ਦਰਬਾਰੀ ਸੀਗੇ ਜੀ, ਵੀ ਜਦੋਂ ਦਰਬਾਰ ਲੱਗਣਾ ਨਾ ਜੀ, ਫਿਰ ਉਹਨਾਂ ਨੇ ਆ ਕੇ ਬਹਿਣਾ ਜੀ। ਜਿਵੇਂ ਰਾਜੇ ਮਹਾਰਾਜੇ ਦਾ ਦਰਬਾਰ ਲੱਗੇ ਤੇ ਆ ਕੇ ਬਹਿੰਦੇ ਆ, ਉਹਨਾਂ ਨੂੰ ਦਰਬਾਰੀ ਕਹਿੰਦੇ ਆ। ਆਪ ਜੀ ਬੈਠੇ ਤੇ ਸਾਰੇ ਲਾਈਨ ਲਾ ਕੇ, ਹਾਂਜੀ, ਤੇ ਪਾਤਸ਼ਾਹ ਬੈਠੇ ਆ ਤੇ ਇਹ ਸਮਝੋ ਵੀ ਆਪਾਂ ਦਰਬਾਰੀ ਆ ਮਹਾਰਾਜ ਦੇ, ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਆ ਕੇ ਬਹਿਣ ਵਾਲੇ ਜੀ। ਹਾਂਜੀ, ਸ਼ਾਮ ਸਿੰਘ ਅਰ ਰਾਏ ਗੁਲਾਬ। ਬਾਬਾ ਜੀ, ਬਾਬਾ ਸੂਰਜਮਲ ਜੀ ਦੀ ਅੰਸ਼ ਬੰਸ ਸ਼ਾਮ ਸਿੰਘ ਔਰ ਗੁਲਾਬ ਰਾਏ ਜੀ। ਸੁਨ ਆਏ ਚਲ ਤਹਾਂ ਸ਼ਤਾਬ। ਉਹ ਵੀ ਚੱਲ ਕੇ ਆਏ ਜੀ, ਬੜੀ ਛੇਤੀ ਛੇਤੀ ਆਏ ਵੀ ਅਸੀਂ ਨਾ ਪਿੱਛੇ ਰਹਿ ਜਗੇ। ਨੰਦ ਚੰਦ ਧਰ ਸ਼ਸਤਰ ਬਿਲੰਦੰ। ਸਤਿਗੁਰੂ ਜੀ ਦਾ ਗੜਵਈ ਕਹਿ ਲੋ, ਚੌਰ ਬਰਦਾਰ ਕਹਿ ਲੋ, ਮੁੱਖ ਸਿੱਖ ਕਹਿ ਲੋ, ਭਾਈ ਨੰਦ ਚੰਦ ਜੀ, ਉਹ ਵੀ ਸ਼ਸਤਰ ਸਜਾ ਕੇ ਆ ਗਏ ਜੀ। ਆਏ ਸੰਗ ਲੈ ਬ੍ਰਿੰਦ ਮਸੰਦੰ। ਕਈ ਮਸੰਦ ਜਿਹੜੇ ਆ ਉਹ ਵੀ ਸਾਧ ਸੰਗਤ ਜੀ ਆ ਗਏ ਜੀ। ਬੈਠ ਭਲੀ ਬਿਦ ਸਭਾ ਲਗਾਈ। ਬੜੀ ਸੋਹਣੀ ਸਭਾ ਲੱਗ ਗਈ ਜੀ ਸੱਚੇ ਪਾਤਸ਼ਾਹ ਜੀ ਦੀ। ਜਿਸ ਸਭਾ ਦੇ ਅੱਗੇ ਦੇਵਤੇ ਵੀ ਝੁਕਦੇ ਨੇ ਜੀ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਬਹੁਤ ਸੋਹਣੀ ਸਭਾ ਲੱਗ ਗਈ ਸੱਚੇ ਪਾਤਸ਼ਾਹ ਜੀ ਦੀ। ਸੁਭੱਟ ਸਿੱਖ ਮਿਲ ਗਏ ਸਮੁਦਾਈ। ਸਤਿਗੁਰੂ ਜੀ ਦੇ ਸੁਭੱਟ ਸਿੱਖ ਭਾਵ ਫੌਜ ਗੁਰੂ ਜੀ ਦੀ ਦਲ, ਉਹ ਵੀ ਸਾਰੇ ਆ ਕੇ ਬੈਠ ਗਏ ਜੀ। ਚਾਮਰ ਚਾਰ ਢੁਰਤ ਬਹੁਬਾਰੀ। ਐਨ ਸੋਹਣਾ ਚੌਰ ਸਾਹਿਬ ਬਾਰ-ਬਾਰ ਗੁਰੂ ਕੇ ਸਿੱਖ ਮਹਾਰਾਜ ਜੀ ਉੱਪਰ ਕਰ ਰਹੇ ਹਨ, ਹੱਥ ਨਹੀਂ ਰੋਕਦੇ। ਹਾਂਜੀ, ਕਾਹੋਂ ਕਹਾਂ ਸ਼ੋਭਾ ਮਨਹਾਰੀ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਕਥਾ ਸੁਣਨ ਵਾਲਿਓ ਗੁਰਸਿੱਖੋ, ਕਿੱਥੋਂ ਤੱਕ ਮੈਂ ਤੁਹਾਨੂੰ ਕਲਗੀਧਰ ਜੀ ਦੇ ਦਰਬਾਰ ਦੀ ਸ਼ੋਭਾ ਦੱਸਾਂ, ਕਿੰਨੀ ਕੁ ਸ਼ੋਭਾ ਦੱਸਾਂ। ਮੇਰੇ ਲਾਲਨ ਕੀ ਸ਼ੋਭਾ, ਸਾਧ ਨਵਤਨ ਮਨ ਰੰਗੀ ਸ਼ੋਭਾ। ਹਾਂਜੀ,
ਭੀਮ ਚੰਦ ਕੋ ਪਠਿਓ ਬੁਲਾਈ। ਫਿਰ ਭੀਮ ਚੰਦ ਨੂੰ ਸੱਦਿਆ ਜੀ। ਹਾਂਜੀ, ਗਇਓ ਮੇਵੜਾ ਦੀਨ ਸੁਨਾਈ। ਗੁਰੂ ਜੀ ਦਾ ਮੇਵੜਾ ਸਿੱਖ ਉਹ ਪਹੁੰਚਿਆ। ਉਹਨੇ ਭੀਮ ਚੰਦ ਦੇ ਬੰਦਿਆਂ ਨੂੰ ਦੱਸਿਆ ਵੀ ਮਹਾਰਾਜ ਸੱਦ ਰਹੇ ਨੇ। ਸੁਨਤ ਆਨੰਦ ਨਰਿੰਦ ਬਿਲੰਦੰ। ਭੀਮ ਚੰਦ ਨੂੰ ਵੀ ਬੜਾ ਚਾਅ ਚੜਿਆ ਜੀ, ਕਿਉਂ ਮਹਾਰਾਜ ਜੀ ਦੇ ਕੋਲ ਜਾਣਾ ਚਾਹੁੰਦਾ ਸੀਗਾ ਜੀ। ਭਇਓ ਤਿਆਰ ਸੰਗ ਲੈ ਨਰ ਬ੍ਰਿੰਦੰ। ਉਹ ਆਪਣੇ ਨਾਲ ਸਾਰੇ ਮਨੁੱਖ ਲੈ ਕੇ ਨਾ ਜੀ ਤੇ ਗਰੀਬ ਨਵਾਜ ਜੀ ਦੇ ਕੋਲ ਆਉਣ ਵਾਸਤੇ ਤਿਆਰਾ ਕੀਤਾ ਜੀ ਉਹਨੇ ਪੂਰਾ। ਸ਼ਸਤਰ ਬਸਤਰ ਕੋ ਅੰਗ ਸਜਾਏ। ਉਹ ਵੀ ਰਾਜਾ ਜੀ, ਉਹਨੇ ਵੀ ਵੱਡੀ ਤਲਵਾਰ ਸਜਾਈ, ਸ਼ਸਤਰ ਸਜਾਇਆ, ਸੋਹਣੇ ਬਸਤਰ ਪਾ ਕੇ ਉੱਤੇ ਸ਼ਸਤਰ ਸਜਾਏ ਜੀ। ਸ਼ੁਭ ਮਤ ਸਚਵਨ ਸਾਥ ਮਿਲਾਏ। ਆਪਣੇ ਮੰਤਰੀਆਂ ਨੂੰ, ਸਲਾਹਕਾਰਾਂ ਨੂੰ, ਸਾਰਿਆਂ ਸ਼ੁਭ ਮਤ ਵਾਲਿਆਂ ਨੂੰ ਭਾਈ ਸਾਹਿਬ ਕਹਿੰਦੇ ਨਾਲ ਲਿਆ। ਆਖੋ ਵਾਹਿਗੁਰੂ। ਵਾਹਿਗੁਰੂ। ਅਜੇ ਤੱਕ ਮਤ ਸ਼ੁਭ ਹੈ ਨਾ ਉਹਨਾਂ ਦੀ ਜੀ। ਹਾਂਜੀ, ਗੁਰ ਦਰਬਾਰ ਗਇਓ ਤਤਕਾਲਾ। ਤੇ ਉਸੇ ਸਮੇਂ ਹੀ ਭੀਮ ਚੰਦ ਦੇ ਦੇਰ ਨਹੀਂ ਲਾਈ ਜੀ, ਤੁਰੰਤ ਹੀ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਇਆ ਜੀ। ਦੇਖ ਦੂਰ ਤੇ ਦਿਪਤ ਵਿਸਾਲਾ। ਵਾਹ ਜੀ ਵਾਹ। ਆਖੋ ਵਾਹਿਗੁਰੂ। ਵਾਹਿਗੁਰੂ। 2.5 ਲੱਖ ਦਾ ਤੰਬੋਲ ਲੱਗਾ, ਜਿਹਨੂੰ 4 ਸੋਨੇ ਦੇ ਕਲਸ਼ ਸੀਗੇ ਸਾਧ ਸੰਗਤ ਜੀ। ਉਹ ਤੇ ਦੂਰੋਂ ਵੇਖ ਕੇ ਹੱਕਾ ਬੱਕਾ ਹੀ ਰਹਿ ਗਿਆ। ਕਿਉਂ? ਰਾਜਾ ਸੀਗਾ ਜੀ ਉਹ। ਉਹਦੇ ਕੋਲ ਕੀ, ਔਰੰਗਜ਼ੇਬ ਕੋਲ ਵੀ ਇਹੋ ਜਿਹਾ ਤੰਬੋਲ ਨਹੀਂ ਸੀ ਹੈਗਾ ਜੀ। ਉਹ ਤੇ ਦੂਰੋਂ ਹੀ ਵੇਖ ਕੇ, ਦੇਖ ਦੂਰ ਤੇ ਦਿਪਤ ਵਿਸਾਲਾ। ਉਹ ਮੋਤੀ ਲੱਗੇ ਹੀ ਹੈ ਜੀ, ਸੂਰਜ ਦੀ ਰੌਸ਼ਨੀ ਪੈਣ ਕਰਕੇ ਚਮ ਚਮ ਕਰਨ ਉਹ ਜੀ, ਚਮ ਚਮ ਕਰਨ ਜੀ। ਜਦੋਂ ਉਹਨੇ ਉਹ ਦੂਰੋਂ ਵੇਖਿਆ ਨਾ, ਆਪਣੀ ਫੌਜ ਸਮੇਤ ਆ ਰਿਹਾ ਤੁਰ ਕੇ, ਜਦੋਂ ਦੂਰੋਂ ਵੇਖਿਆ ਸ਼ੋਭਤ ਕੰਚਨ ਕਲਸ ਉਤੰਗ। ਹੈ ਸੋਨੇ ਦੇ ਕਲਸ਼ ਲੱਗੇ ਉੱਤੇ, ਸੋਨੇ ਦੇ ਜੀ। ਹਾਂਜੀ, ਤੰਬੂ ਰੁਚਿਰ ਮਹਾਦੁਤ ਸੰਗ। ਉਹ ਤੰਬੋਲ ਵੇਖਿਆ, ਕਮਾਲ ਹੋਈ ਪਈ। ਤੰਬੋਲ ਬਾਹਰੋਂ ਹੀ ਬੜੀ ਰੁਚੀ ਨਾਲ ਵੇਖ ਰਿਹਾ ਜੀ। ਐਡਾ ਸੋਹਣਾ ਤੰਬੋਲ, ਕਹਿੰਦਾ ਜਿਵੇਂ ਬੰਦਾ ਹੱਕਾ ਬੱਕਾ ਨਹੀਂ ਰਹਿ ਜਾਂਦਾ ਜੀ। ਭੀਮ ਚੰਦ ਸਤਿਗੁਰੂ ਜੀ ਦਾ ਤੰਬੋਲ ਵੇਖ ਕੇ ਹੱਕਾ ਬੱਕਾ ਹੀ ਰਹਿ ਗਿਆ ਜੀ। ਖੁਸ਼ ਵੀ ਹੈ, ਹੈਰਾਨ ਵੀ ਹੈ ਜੀ। ਜਿਉਂ ਜਿਉਂ ਨਿਕਟ ਆਵ ਤੋ ਜਾਤ। ਹੌਲੀ ਹੌਲੀ ਨੇੜੇ ਆ ਰਿਹਾ ਜੀ, ਤੰਬੋਲ ਦੇ ਨੇੜੇ ਆ ਰਿਹਾ। ਤਿਉਂ ਤਿਉਂ ਦੇਖਤ ਦੁੱਤ ਬਹੁ ਭਾਂਤ। ਜਿਉਂ ਜਿਉਂ ਨੇੜੇ ਆ ਰਿਹਾ ਨਾ ਜੀ, ਤਿਉਂ ਤਿਉਂ ਸ਼ੋਭਾ ਹੋਰ ਵੇਖ ਰਿਹਾ ਜੀ। ਤਿਉਂ ਤਿਉਂ ਸ਼ੋਭਾ ਹੋਰ ਵੇਖ ਰਿਹਾ। ਬੜਾ ਹੈਰਾਨ ਹੋ ਰਿਹਾ, ਬੜਾ ਹੈਰਾਨ ਹੋ ਰਿਹਾ। ਜਬ ਹੀ ਪਹੁੰਚਿਓ ਜਾਏ ਸਮੀਪ। ਤੇ ਜਦੋਂ ਬਿਲਕੁਲ ਹੀ ਨੇੜੇ ਆ ਗਿਆ ਨਾ ਜੀ ਤੰਬੋਲ ਦੇ, ਸਭ ਦਿਸ਼ ਤੇ ਦਿਖ ਕੇ ਅਵਨੀਪ। ਹਰ ਪਾਸਿਓਂ ਪਹਿਲਾਂ ਉਹਨੇ ਤੰਬੋਲ ਵੇਖਿਆ ਜੀ। ਆਖੋ ਵਾਹਿਗੁਰੂ। ਹੈਰਾਨ ਹੋ ਗਿਆ। ਉਹ ਜਿਹੜੀਆਂ ਚੀਜ਼ਾਂ ਰਾਜਿਆਂ ਕੋਲ ਨਹੀਂ ਹੈਗੀਆਂ, ਉਹ ਇਹਨਾਂ ਕੋਲ ਹੈਗੀਆਂ ਨੇ। ਗੁਰਮੁਖੋ, ਇਸ ਘਰ ਵਿੱਚ ਸਭ ਕੁਝ ਹੈਗਾ। ਘਰ ਤਾਂ ਤੇਰਾ, ਸਭ ਕੁਛ ਹੈ। ਉਹ ਬੜਾ ਹੈਰਾਨ ਹੋਇਆ, ਹੱਕਾ ਬੱਕਾ ਹੋ ਗਿਆ ਜੀ। ਜਹਾਂ ਪੌਰ ਪਰ ਥਿਰੇ ਸਿਪਾਹੀ। ਆਨ ਪ੍ਰਵੇਸ਼ਿਓ ਤਿਸਕੇ ਮਾਹੀ। ਚੋਬਦਾਰ ਜਿਨ੍ਹਾਂ ਨੇ ਗਲ ਵਿੱਚ ਵੱਡੀਆਂ ਤਲਵਾਰਾਂ ਪਾਈਆਂ ਤੇ ਬਰਛੇ ਫੜੇ ਆ ਜੀ। ਚੋਬਦਾਰ ਤੇ ਅੱਗੇ ਸੀ, ਉਹਨਾਂ ਬਰਛੇ ਫੜੇ ਸੀਗੇ ਜੀ। ਸਿਪਾਹੀ ਉਹਨਾਂ ਨੂੰ ਵੇਖਿਆ ਉਹਨੇ ਤੇ ਉਹਨੂੰ ਐ ਲੱਗੇ ਵੀ ਮੈਂ ਇਸ ਮੁਲਕ ਦੇ ਬਾਦਸ਼ਾਹ ਨੂੰ ਮਿਲਣ ਜਾ ਰਿਹਾ। ਉਹਨੂੰ ਐਉਂ ਲੱਗਾ। ਫਿਰ ਅੰਦਰ ਆਇਆ। ਸ਼ੁਭਤ ਸਭਾ ਇਮ ਜਾਏ ਨਿਹਾਰੀ। ਤੇ ਅੰਦਰ ਜਾ ਕੇ ਗੁਰੂ ਕੇ ਸਿੱਖ ਬੈਠੇ, ਦਰਬਾਰੀ ਬੈਠੇ, ਫੌਜਾਂ ਬੈਠੀਆਂ, ਸੰਗਤਾਂ ਬੈਠੀਆਂ। ਜਦੋਂ ਜਾ ਕੇ ਦਰਸ਼ਨ ਕੀਤੇ, ਉੱਡਗ ਪਰਵਾਰਿਓ ਚੰਦ ਮਝਾਰੀ। ਵਿਚਕਾਰ ਬਾਜਾਂ ਵਾਲੇ ਤਖਤ ਦੇ ਉੱਤੇ ਬੈਠੇ ਆ ਜੀ। ਉਹਨੂੰ ਇਉਂ ਲੱਗਾ ਜਿਵੇਂ ਆਸੇ-ਪਾਸੇ ਤਾਰੇ ਆ ਤੇ ਵਿੱਚ ਚੰਦ ਚੜਿਆ ਹੈ। ਐਡੀ ਸੋਭਾ। ਹਾਂਜੀ, ਕੈਦੋਂ ਤਿਆਗ ਸੁਰਗ ਕੋ ਉਪਰ। ਹਾਂਜੀ, ਇੰਦਰ ਸੁਰਨ ਜੁਤ ਬਾਸਿਓ ਭੂ ਪਰ। ਉਹ ਆਉਂਦਾ ਆਉਂਦਾ ਪਤਾ ਕੀ ਸੋਚ ਰਿਹਾ? ਧੰਨ ਭਾਈ ਸੰਤੋਖ ਸਿੰਘ ਜੀ,
ਉਹਦੇ ਮਨ ਦੀਆਂ ਗੱਲਾਂ ਵੀ ਲਿਖੀਆਂ। ਆਖੋ ਵਾਹਿਗੁਰੂ। ਉਹਦੇ ਮਨ ਦੀਆਂ ਗੱਲਾਂ ਲਿਖੀਆਂ। ਕਹਿੰਦੇ ਉਹ ਤੁਰਦਾ ਆ ਰਿਹਾ ਤਾਂ ਉਹਨੂੰ ਇਉਂ ਲੱਗਦਾ ਵੀ ਮੈਂ ਆਪਣੇ ਵੱਡਿਆਂ ਵਡੇਰਿਆਂ ਕੋਲੋਂ ਇੰਦਰ ਦੀ ਸਭਾ ਬਾਰੇ ਸੁਣਿਆ ਸੀਗਾ ਜੀ। ਰਾਜੇ ਇੰਦਰ ਦੀ ਸਭਾ, ਦੇਵਤਿਆਂ ਦਾ ਰਾਜਾ ਮੰਨਦੇ ਜੀ। ਦੱਸਦੇ ਆ ਵੀ ਉਹ ਇੰਦਰਪੁਰੀ ਨੂੰ ਲੁੱਟਣ ਵਾਸਤੇ ਬੜੇ ਬੜੇ ਦੈਂਤ ਵੀ ਉਤਾਵਲੇ ਹੁੰਦੇ ਸੀਗੇ ਜੀ। ਉਹਦਾ ਸਿੰਘਾਸਨ, ਉਹਦੇ ਹਾਥੀ, ਉਹਦੇ ਦਰਬਾਰੀ, ਉਹਦੀਆਂ ਅਪਸਰਾਵਾਂ, ਨਿਰਤਕਾਰ ਕਰਨ ਵਾਲੀਆਂ, ਵਾਹਿਗੁਰੂ ਨਿਰਤ ਕਰਨ ਵਾਲੀਆਂ, ਸਾਰਿਆਂ ਦਾ ਜਸ ਉਹਨੇ ਸੁਣਿਆ ਸੀ। ਆਉਂਦਾ ਆਉਂਦਾ ਭੀਮ ਚੰਦ ਸੋਚ ਰਿਹਾ ਵੀ ਜੋ ਮੈਂ ਸੁਣਿਆ ਸੀ ਨਾ, ਇਉਂ ਲੱਗਦਾ ਇੰਦਰ ਰਾਜਾ ਸਵਰਗ ਨੂੰ ਛੱਡ ਕੇ ਦੇਵਤਿਆਂ ਦੇ ਸਮੇਤ ਧਰਤੀ ਉੱਤੇ ਆ ਗਿਆ ਹੈ। ਸਾਧ ਸੰਗਤ ਜੀ, ਇਹ ਉਹ ਸੋਚਦਾ ਗੁਰੂ ਸਾਹਿਬ ਤੇ ਲੱਖਾਂ ਇੰਦਰਾਂ ਨੂੰ ਬਣਾਉਣ ਵਾਲੇ ਨੇ। ਉਹ ਤਾਂ ਲੱਖਾਂ ਇੰਦਰ ਪੈਦਾ ਕਰਨ ਵਾਲੇ ਹੈ। ਹਾਂਜੀ। ਆਨੇ ਸੰਗ ਅਰਸ਼ ਕੇ ਐਸ਼। ਉਹ ਕਹਿਣ ਲੱਗਾ ਇਉਂ ਲੱਗਦਾ ਜਿਵੇਂ ਆਪਣੇ ਸਵਰਗ ਦਾ ਦਰਬਾਰ ਵੀ ਨਾਲ ਹੀ ਲੈ ਆਏ ਆ। ਭੀਮ ਚੰਦ ਜਾਣੇ ਮਨ ਤੈਸ। ਵੀ ਸਵਰਗ ਦਾ ਦਰਬਾਰ ਲੈ ਆਏ ਆ, ਸਵਰਗ ਦੇ ਸੁੱਖ ਆਰਾਮ ਨਾਲ ਲੈ ਆਏ ਆ। ਇਸ ਤਰ੍ਹਾਂ ਭੀਮ ਚੰਦ ਆਪਣੇ ਮਨ ਵਿੱਚ ਫੁਰਨੇ ਬਣਾ ਰਿਹਾ ਜੀ, ਤੁਰਦਾ ਹੋਇਆ ਜੀ। ਹਾਥ ਬੰਦ ਬੰਦਨ ਕੋ ਠਾਨ। ਹੱਥ ਜੋੜੇ ਜੀ ਫਿਰ ਉਹਨੇ ਆ ਕੇ। ਇੱਥੇ ਤੇ ਰਾਜੇ ਵੀ ਆ ਕੇ ਹੱਥ ਜੋੜਦੇ ਆ। ਹੱਥ ਜੋੜੇ ਤੇ ਮੱਥਾ ਟੇਕਿਆ। ਬੈਠਿਓ ਗੁਰ ਕੇ ਨਿਕਟ ਸੁਜਾਨ। ਤੇ ਹੈ ਤੇ ਬੜਾ ਚਤੁਰ ਹੈ। ਆ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਲਾਗੇ ਬੈਠ ਗਿਆ। ਸਚਿਵ ਮੁਹਾਸਿਬ ਸਭ ਕਰ ਨਮੋ। ਸਚਿਵ ਮੁਸਾਹਬ ਸਭ ਕਰ ਨਮੋ। ਮੁਸਾਹਬ ਕਹਿੰਦੇ ਸਲਾਹਕਾਰਾਂ ਨੂੰ ਜੀ। ਜਿੰਨੇ ਵੀ ਉਹਦੇ ਮੰਤਰੀ ਸੀਗੇ ਤੇ ਸਲਾਹਕਾਰ ਸੀ, ਸਾਰਿਆਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਦਰਸ਼ਨ ਕਰ ਬੈਠੇ ਤੇ ਸਮੋ। ਉਹ ਵੀ ਦਰਸ਼ਨ ਕਰਕੇ ਤੇ ਬੈਠ ਗਏ ਜੀ। ਉਹ ਵੀ ਵੇਖਦੇ ਰਹਿ ਗਏ ਤੰਬੋਲ ਨੂੰ, ਐ ਧੌਣ ਘਮਾ ਘਮਾ ਵਿੰਦੇ ਆ। ਉਪਰ ਸਭਨ ਬਿਲੋਚਨ ਲਾਏ। ਕਾਰ ਅਜਾਇਬ ਤੇ ਬਿਸਮਾਏ। ਹਾਂ, ਉੱਪਰ ਤਾਂ ਨੂੰ ਅੱਖਾਂ ਰਹਿ ਗਈਆਂ ਉਹਨਾਂ ਦੀਆਂ, ਵੇਖਣ ਦੇ ਆ ਵੀ ਕਾਰੀਗਰਾਂ ਨੇ ਕਮਾਲ ਹੀ ਕਰ ਦਿੱਤੀ। ਤੰਬੂ ਬਣਾਉਣ ਲੱਗੇ ਹਾਂ ਜੀ, ਕਮਾਲ ਕਰ ਦਿੱਤੀ ਹੈ। ਝਾਲਰ ਚਮਕਤ ਜਗਮਗ ਜ਼ਰੀ। ਜਿਤ ਕਿਤ ਲਰਕਤ ਮੁਕਤਨ ਲਰੀ। ਤੇ ਝਾਲਰਾਂ ਚਮਕ ਰਹੀਆਂ, ਝੁੱਲ ਰਹੀਆਂ, ਮੋਤੀਆਂ ਦੀਆਂ ਲੜੀਆਂ ਸਾਧ ਸੰਗਤ ਜੀ ਲਾਗੇ ਲਾਗੇ ਲਟਕੀਆਂ ਹੋਈਆਂ ਹਨ। ਗੁੱਛੇ ਚੋਬ ਫਰਸ਼ ਕੋ ਦੇਖੇ। ਬੜੇ ਬੜੇ ਗੁੱਛੇ। ਫਿਰ ਚੋਬਾਂ ਵੇਖੀਆਂ ਜੀ। ਚੋਬਦਾਰ ਸਿੱਖ ਖਲੋਤੇ ਮਹਾਰਾਜ ਅੱਗੇ, ਚੋਬਾਂ ਵੇਖੀਆਂ ਸੋਨੇ ਚਾਂਦੀ ਦੀਆਂ ਬੜੀਆਂ, ਤੇ ਬੜੀਆਂ ਸੋਹਣੀਆਂ ਕਢਾਈਆਂ ਹੋਈਆਂ ਜੀ ਉਹਦੇ ਉੱਤੇ ਜੀ। ਬੜੀਆਂ ਵੇਲਾਂ ਬਣੀਆਂ, ਚੋਬਾਂ ਵੇਖੀਆਂ। ਦੇਸ਼ ਕਾਲਗੇ ਬਿਸਰ ਅਸ਼ੇਖੇ। ਫਿਰ ਫਰਸ਼ ਵੇਖਿਆ, ਗਲੀਚੇ ਵੇਖੇ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਐਸਾ ਹੋਣਾ ਚਾਹੀਦਾ ਗੁਰੂ ਘਰ ਜੀ, ਜਿੱਥੇ ਗਲੀਚੇ ਵੀ ਵਧੀਆ ਹੋਣ, ਸਾਰਾ ਕੁਝ ਵਧੀਆ ਹੋਵੇ ਜੀ। ਹਾਂਜੀ, ਉਹਨਾਂ ਸਾਰਾ ਕੁਝ ਵੇਖਿਆ ਤਾਂ ਦੇਸ਼ ਕਾਲ ਗਏ ਬਿਸਰ ਅਸ਼ੇਖੇ। ਮਾਨੋ ਉਹਨਾਂ ਨੂੰ ਦੇਸ਼ ਕਾਲ ਸਭ ਕੁਝ ਭੁੱਲ ਗਿਆ ਹੋਵੇ, ਭਾਵ ਚੇਤਾ ਹੀ ਭੁੱਲ ਗਿਆ ਹੋਵੇ ਵੀ ਕਿੱਥੇ ਬੈਠੇ ਆ। ਇੰਝ ਹੋਵੇ ਜਿਵੇਂ ਸਵਰਗ 'ਚ ਬਹਿ ਗਏ ਆ ਕੇ। ਸਾਧ ਸੰਗਤ ਜੀ, ਇਹਦਾ ਭਾਵ ਇਹ ਹੈ ਵੀ ਤੰਬੂ ਤੇ ਦਰਬਾਰ ਦੀ ਸੋਭਾ ਵੇਖ ਕੇ ਸਮੇਂ ਨੂੰ ਅਸਲੋਂ ਹੀ ਭੁੱਲ ਗਏ ਹੋਣ ਜੀ। ਟਾਈਮ ਦਾ ਚੇਤਾ ਹੀ ਭੁੱਲ ਗਿਆ ਹੋਵੇ। ਬੁੱਧੀ ਜਿਹੜੀ ਹੈ ਨਾ ਸਾਡੀ, ਉਹ ਜਦੋਂ ਅਕੈ ਸੁੰਦਰਤਾ ਨੂੰ ਵੇਖ ਲੈਂਦੀ ਹੈ ਨਾ, ਆਖੋ ਵਾਹਿਗੁਰੂ। ਵਾਹਿਗੁਰੂ। ਭਾਵ ਜਦੋਂ ਸਾਨੂੰ ਕੋਈ ਵਸਤੂ ਬੜੀ ਸੋਹਣੀ ਲੱਗਦੀ ਹੈ ਤੇ ਆਪਾਂ ਉਹਦੀ ਸਿਫਤ ਹੀ ਨਹੀਂ ਕਰ ਸਕਦੇ, ਤੇ ਦੇਸ਼ ਕਾਲ ਵਿੱਚ ਜਿੱਥੇ ਵਿਚਰਦੀ ਹੈ ਉਹ ਸਭ ਕੁਝ ਖਲੋ ਜਾਂਦਾ ਜੀ। ਫਿਰ ਉਹਦਾ ਜੀ ਕਰਦਾ ਵੇਖਦੇ ਹੀ ਰਹਿ ਜਾਈਏ।
ਹਾਂਜੀ, ਵੇਖਦੇ ਹੀ ਰਹਿ ਜੀਏ, ਵੇਖਦੇ ਹੀ ਰਹਿ ਜੀਏ। ਜਦੋਂ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਜਾਂਦੀਆਂ ਤੇ ਹੱਥ ਜੁੜੇ ਰਹਿੰਦੇ ਤੇ ਲੋਕੀ ਕਈ ਵੇਖਦੇ ਆਸਾ ਪਾਸਾ ਕੈਮਰੇ ਚ ਆਉਂਦਾ ਨਾ ਜੀ, ਕਿਉਂਕਿ ਮਹਾਰਾਜ ਦੇ ਘਰ ਦੀ ਸ਼ੋਭਾ ਹੀ ਐਸੀ ਹੈ। ਹੁਣ ਤੇ ਬਾਬਾ ਮਹਿੰਦਰ ਸਿੰਘ ਹੋਣੀ ਨਵਾਂ ਸੋਨਾ ਲਾਉਂਦਾ ਜੀ, ਅਸੀਂ ਉਦੋਂ ਵੇਖ ਕੇ ਆਏ, ਬਹੁਤ ਵਧੀਆ ਕਮਾਲ ਕੀਤੀ ਭਾਈ ਜੀ। ਉਹ ਵੇਖ ਕੇ ਹੈਰਾਨ ਹੋ ਗਏ, ਦੇਸ਼ ਕਾਲ ਭੁੱਲ ਗਿਆ। ਕਰਹਿ ਵਿਚਾਰਨ ਅਰਸ਼ ਜੇ ਐਸ। ਉਹ ਸੋਚਦੇ ਆ ਬੜੇ ਬੜੇ ਸਲਾਹਕਾਰ ਵੀ ਜੇ ਇਹ ਧਰਤੀ ਉੱਤੇ ਇੰਨਾ ਸੋਹਣਾ ਦ੍ਰਿਸ਼ ਹੈਗਾ, ਹਾਂਜੀ, ਸੁਰਪਤ ਸੁਰਜੁਤ ਪ੍ਰਾਪਤ ਹੈਸ, ਤੇ ਫਿਰ ਸਵਰਗ ਚ ਕੀ ਹੋਏਗਾ ਆਖੋ। ਵਾਹਿਗੁਰੂ। ਤੇ ਕਈ ਤੇ ਸੋਚਦੇ ਵੀ ਸਵਰਗ ਵੀ ਇੱਥੇ ਆ ਗਿਆ, ਕਈ ਇਹ ਸੋਚਦੇ ਵੀ ਸਵਰਗਾਂ ਦੇ, ਵਾਹਿਗੁਰੂ ਸਵਰਗ ਦੇ ਦੇਵਤਿਆਂ ਕੋਲ ਵੀ ਇੰਨਾ ਸੁੱਖ ਆਰਾਮ ਨਹੀਂ ਹੋਏਗਾ ਜਿੰਨਾ ਇੱਥੇ ਹੈਗਾ ਜੀ। ਭਾਵ ਵਾਹ ਵਾਹ ਕਰ ਉੱਠੇ ਜੀ, ਵਾਹ ਵਾਹ ਕਰ ਉੱਠੇ ਜੀ। ਹਾਂਜੀ, ਇਤ ਉਤ ਦ੍ਰਿਗਨ ਚਲਾਵਤ ਰਹੇ। ਕੋਈ ਇੱਧਰ ਵੇਖ ਰਿਹਾ, ਕੋਈ ਇੱਧਰ ਵੇਖ ਰਿਹਾ, ਹੱਕੇ ਬੱਕੇ ਪਏ ਜੀ ਸਾਰੇ। ਲਖ ਹੈ ਕਿ ਜਨਮ ਲਾਭ ਹਮ ਲਹੇ। ਆਹਾ ਆਖੋ ਵਾਹਿਗੁਰੂ। ਵਾਹਿਗੁਰੂ। ਪਤਾ ਕੀ ਸੋਚਦੇ, ਉਹ ਕਹਿੰਦੇ ਅੱਜ ਜਨਮ ਸਫਲਾ ਹੋ ਗਿਆ ਸਾਡਾ, ਇਸ ਜਨਮ ਦਾ ਫਾਇਦਾ ਹੋ ਗਿਆ, ਇੰਨੀ ਸੁੰਦਰਤਾ ਇਕੱਠੀ ਵੇਖ ਲਈ ਹੈ। ਹੁਣ ਵੇਖੋ ਨਾ, ਤੰਬੂ ਵੀ ਸੋਹਣਾ, ਸਿੱਖ ਵੀ ਸੋਹਣੇ, ਤੇ ਸਭ ਤੋਂ ਸੋਹਣੇ ਕਲਗੀਧਰ ਸੱਚੇ ਪਾਤਸ਼ਾਹ। ਤੰਬੂ ਸਹਿਤ ਕਨਾਤ ਨਿਹਾਰ, ਤਨੀ ਚਾਨਣੀ ਕੋਰਨ ਚਾਰ। ਚਾਰ ਕੋਨਿਆਂ ਵਾਲੀ ਚਾਨਣੀ ਜਿਹੜੀ ਤਣੀ ਸੀ, ਉਹ ਵੀ ਵੇਖ ਕੇ ਹੈਰਾਨ ਹੋ ਗਏ ਜੀ। ਵੇਖੋ ਮਰਿਆਦਾ ਤੇ ਚੰਦੋਆ ਸਾਹਿਬ ਦੀ ਇਹੋ ਵੀ 4 ਕੋਨਿਆਂ ਵਾਲਾ ਹੋਵੇ ਜੀ। ਆ ਹੁਣ 8-8 ਕੋਨੇ ਵਾਲਾ ਵੀ ਬਣਾਈ ਬੈਠੇ ਹੈ। ਕਈ ਥਾਵਾਂ ਦੇ ਉੱਤੇ ਗੁਰਦੁਆਰਿਆਂ 'ਚ ਗੋਲ ਵੀ ਬਣਾਤਾ ਜੀ ਉਹਨਾਂ ਨੇ, ਉਹ ਥੱਲੇ ਲੈ ਆਉਂਦੇ ਆ, ਪਾਈਪਾਂ ਨਾਲ ਬੰਨ੍ਹ ਦਿੰਦੇ ਆ। ਇਹ ਕੋਈ ਮਰਜ਼ਾਦਾ ਥੋੜ੍ਹੀ ਹੈਗੀ ਜੀ। 4 ਨੁੱਕਰਾਂ ਹੋਣ ਚੰਦੋਏ ਦੀਆਂ ਤੇ ਵੱਜੀਆਂ ਹੋਣ ਜੀ, ਇਹ ਮਰਜ਼ਾਦਾ ਸੀਗੀ ਜੀ। ਉਹ ਗੋਲ ਪਾਈਪ ਥੱਲੇ ਆ ਜਾਂਦੀ ਆ, ਉਹਨੂੰ ਬੰਨ੍ਹ ਦਿੰਦੇ ਆ, ਗੋਲ ਚੰਦੋਆ ਹੁੰਦਾ ਜੀ। 8 ਨੁੱਕਰਾਂ ਚੰਦੋਆ ਵੀ ਹੁੰਦਾ ਜੀ। ਸੁਣੋ ਫੇਰ ਬੋਲੋ, ਤੰਬੂ ਸਹਿਤ। ਤੰਬੂ ਸਹਿਤ ਕਨਾਤ ਨਿਹਾਰ। ਤੰਬੋਲ ਵੇਖਿਆ ਜੀ, ਤੰਬੂ ਸਾਰਾ ਵੇਖਿਆ ਜੀ ਉਹਨਾਂ। ਤਨੀ ਚਾਨਣੀ ਕੋਰਨ ਚਾਰ। 4 ਨੁੱਕਰਾਂ ਵਾਲਾ ਚੰਦੋਆ ਲੱਗਿਆ ਵੇਖਿਆ ਜੀ। ਸਿੱਖ ਤੇ ਚਾਨਣੀ ਨੂੰ ਵੀ ਚੰਦੋਆ ਸਾਹਿਬ ਕਹਿੰਦੇ ਆ। ਹਾਂਜੀ, ਕਿਤਕ ਸਮੇਂ ਲਗ ਧਰ ਕਰ ਮੌਨ। ਕੁਝ ਸਮੇਂ ਵਾਸਤੇ ਤੇ ਚੁੱਪ ਹੀ ਹੋ ਗਏ ਨਾ ਜੀ, ਵੇਖਦੇ ਹੀ ਰਹਿ ਗਏ। ਮੁਦਤ ਹੋਤ ਦੇਖਿਓ ਚਹੁ ਕੋਨ। ਖੁਸ਼ ਹੋ ਕੇ ਚਾਰੇ ਪਾਸੇ ਵੇਖਦੇ ਆ। ਸਾਧ ਸੰਗਤ ਜੀ, ਉਹ 2 ਸਾਲ ਤੇ ਲੱਗੇ ਸੀਗੇ ਤੰਬੋਲ ਬਣਾਉਣ ਲੱਗਿਆ ਜੀ। 2 ਸਾਲ ਲੱਗੇ ਸੀਗੇ, ਤੁਸੀਂ ਆਪ ਅੰਦਾਜ਼ਾ ਲਾਓ ਕਿੱਡਾ ਸੋਹਣਾ ਹੋਏਗਾ। ਨਹਿ ਸਤਿਗੁਰ ਭੀ ਕੁਛ ਫਰਮਾਇਓ। ਆਖੋ ਵਾਹਿਗੁਰੂ। ਵਾਹਿਗੁਰੂ। ਅੰਤਰਜਾਮੀ ਸਤਿਗੁਰੂ ਜੀ ਵੀ ਕੁਝ ਨਹੀਂ ਬੋਲੇ, ਮਹਾਰਾਜ ਜੀ ਵੀ ਮਨ ਚ ਵਿਚਾਰ ਬਣਾਉਂਦੇ ਵੀ ਵੇਖ ਲੈਣ ਦੀਏ ਇਹਨਾਂ ਨੂੰ ਪਹਿਲਾਂ। ਚਿਤ ਥਿਰ ਭੇ ਇਨ ਇਮਲਖ ਪਾਇਓ। ਮਹਾਰਾਜ ਜੀ ਨੇ ਵੇਖ ਲਿਆ ਵੀ ਇਹਨਾਂ ਦੇ ਚਿੱਤ ਸਥਿਰ ਹੋ ਗਏ ਆ, ਸੁੰਦਰਤਾ ਦੇਖ ਰਹੇ ਹਨ। ਭੀਮ ਚੰਦ ਪਿਖ ਨੰਦ ਚੰਦ ਕੋ। ਭੀਮ ਚੰਦ ਨੇ ਸਾਧ ਸੰਗਤ ਜੀ ਸਾਰਾ ਕੁਝ ਧਿਆਨ ਨਾਲ ਵੇਖਿਆ। ਫਿਰ ਸਤਿਗੁਰੂ ਜੀ ਦੇ ਸਿੱਖ ਭਾਈ ਨੰਦ ਚੰਦ ਜੀ ਨੂੰ ਪੁੱਛਿਆ, ਬੂਝੀ ਲਾਗਤ ਦਰਬ ਬ੍ਰਿੰਦ ਕੋ। ਆਖੋ ਵਾਹਿਗੁਰੂ। ਵਾਹ। ਕਹਿੰਦਾ ਕਿੰਨੀ ਕੁ ਮਾਇਆ ਲੱਗੀ ਹੈ ਬਣਾਉਣ ਵਾਸਤੇ, ਕਿੰਨਾ ਧਨ ਲੱਗਾ। ਹਾਂਜੀ, ਕੌਣ ਦੇਸ਼ ਮੈਂ ਹੋਇਸ ਤਿਆਰੋ। ਕਿਹੜੇ ਦੇਸ਼ ਵਿੱਚੋਂ ਇਹ ਤੰਬੋਲ ਤਿਆਰ ਹੋਇਆ ਵਾ। ਹੁਣ ਮਹਾਰਾਜ ਨੂੰ ਤਾਂ ਪੁੱਛਦਾ ਨਹੀਂ, ਪਰ ਭਾਈ ਨੰਦ ਚੰਦ ਜੀ ਨੂੰ ਪੁੱਛਦਾ ਹੈ। ਇਸ ਸਮ ਦੂਸਰ ਨਹੀਂ ਨਿਹਾਰੋ। ਰਾਜਾ ਜੇ ਅਜੇ ਖਾਨਦਾਨੀ ਰਾਜਾ, ਵੀ ਜਿਹੜਾ ਖਾਨਦਾਨੀ ਹੁੰਦਾ ਉਹ ਬਚਪਨ ਤੋਂ ਇਹ ਚੀਜ਼ਾਂ ਵੇਂਦਾ ਹੁੰਦਾ। ਕਹਿੰਦਾ ਇਹੋ ਜਿਹਾ ਤੰਬੋਲ ਮੈਂ ਵੀ ਨਹੀਂ ਅੱਜ ਤੱਕ ਦੇਖਿਆ। ਕਹਿੰਦਾ
ਚਲੋ ਕੋਈ ਗਰੀਬ ਬੰਦਾ ਅਮੀਰ ਬਣ ਜੇ, ਉਹ ਇਹ ਗੱਲ ਕਵੇ ਫੱਬਦੀ, ਜਿਹੜਾ ਬਚਪਨ ਤੋਂ ਹੀ ਖਾਨਦਾਨੀ ਹੈ ਜੀ, ਜੰਮਿਆ ਹੀ ਇਹਨਾਂ ਚੀਜ਼ਾਂ ਵਿੱਚ ਹੈ ਜੀ, ਉਹਨੇ ਵੀ ਨਹੀਂ ਵੇਖਿਆ ਜੀ। ਸੁਨ ਕੈ ਪਸ਼ਚਮ ਦੇਸ਼ ਬਤਾਇਓ। ਭਾਈ ਨੰਦ ਚੰਦ ਜੀ ਕਹਿੰਦੇ ਵੀ ਇਹ ਪਸ਼ਚਮ ਦੇਸ਼ ਵਿੱਚੋਂ ਬਣਿਆ। ਹਾਂਜੀ, ਤਹਾਂ ਮਸੰਦ ਕਰ ਤਿਆਰ ਲਗਾਇਓ। ਭਾਈ ਉੱਥੇ ਗੁਰੂ ਘਰ ਦਾ ਸੇਵਾਦਾਰ ਹੈ, ਮਸੰਦ ਹੈ, ਉਹਨੇ ਤਿਆਰ ਕਰਵਾਇਆ। ਲੱਗਿਓ ਦਰਬ ਇਸ ਲਾਖ ਅਢਾਈ। ਇਹਦੇ ਉੱਤੇ 2.5 ਲੱਖ ਰੁਪਈਆ ਲੱਗਾ ਕਹਿੰਦੇ। ਅੱਜ ਦਾ ਸਾਧ ਸੰਗਤ ਜੀ 2.5 ਅਰਬ ਹੀ ਲਾਓ। ਹਾਂਜੀ, ਤਿਤ ਹੀ ਕਾਰੀਗਰਨ ਬਣਾਈ। ਉਧਰ ਹੀ ਬਣਾਇਆ ਏ, ਬੜੇ ਕਾਰੀਗਰ ਲੱਗੇ ਸਨ। ਨਹਿ ਇਸ ਦੇਸ਼ ਬਣਾਵੈ ਕੋਈ। ਭਾਈ ਨੰਦ ਚੰਦ ਜੀ ਕਹਿੰਦੇ ਵੀ ਇਸ ਦੇਸ਼ ਵਿੱਚ ਇਹੋ ਜਿਹਾ ਨਹੀਂ ਕੋਈ ਹੋਰ ਬਣਾਉਂਦਾ। ਇੱਕ ਨੌਰੰਗ ਢਿੱਗ ਸਮਨਹਿ ਸੋਈ। ਪਰ ਨਾਲ ਇੱਕ ਗੱਲ ਕਹਿ ਦਿੱਤੀ ਵੀ ਇੱਕ ਤੰਬੋਲ ਇਹੋ ਜਿਹਾ ਸੁਣਿਆ ਵੀ ਬਾਦਸ਼ਾਹ ਦੇ ਕੋਲ ਹੈ, ਪਰ ਉਹ ਵੀ ਇਹਦੇ ਬਰਾਬਰ ਨਹੀਂ ਹੈਗਾ। ਕਿੱਥੋਂ ਹੋਣਾ ਸੀ? ਉਹ 80,000 ਦਾ ਸੀਗਾ ਜੀ। ਰੇਟ ਵੀ ਵੇਖੋ ਨਾ। ਹਾਂਜੀ, ਨਿਰਪ ਕਹੈ ਇਤੋ ਦਰਬ ਵੀ ਥੋਰਾ। ਹਾਂਜੀ, ਬਨਿਓ ਅਜਾਇਬ ਬਹੁ ਚਹੁ ਕੋਰਾ। ਹਾਂ, ਭੀਮ ਚੰਦ ਕਹਿਣ ਲੱਗਾ 2.5 ਲੱਖ ਇਹ ਵੀ ਥੋੜਾ ਹੈ, ਇਹ ਤਾਂ ਬਹੁਤ ਜ਼ਿਆਦਾ ਹੀ ਸੋਹਣਾ ਬਣਿਆ। ਕਹਿਣ ਲੱਗੇ ਇਹ ਤਾਂ ਅਜਾਇਬ ਹੈ, ਇਹ ਸਤਿਗੁਰੂ ਜੀ ਦੀ ਸ਼ੋਭਾ ਹੈ। ਸਾਧ ਸੰਗਤ ਜੀ, ਸੁਨਹੁ ਗਰੇਸ਼ਵਰ ਗੁਰ ਘਰ ਜੋਈ। ਕੀਮਤੀ ਕਿਸੂ ਬਾਤ ਨਹਿ ਕੋਈ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਭਾਈ ਨੰਦ ਚੰਦ ਜੀ ਕਹਿਣ ਲੱਗੇ ਵੀ ਰਾਜਾ ਜੀ ਇਹ ਗੁਰੂ ਘਰ ਹੈ, ਗੁਰੂ ਘਰ ਵਿੱਚ ਕਿਸੇ ਵੀ ਵਸਤੂ ਦੀ ਕਮੀ ਨਹੀਂ ਹੈ। ਚਹੁ ਦਿਸ਼ ਤੇ ਸਾਗਰ ਲਗ ਅਵਨੀ। ਚਾਰੇ ਪਾਸਿਓਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਸਾਗਰ ਤੱਕ, ਹਾਂਜੀ, ਚਲੀ ਆਏ ਵਸਤੂ ਗਨ ਰਵਨੀ। ਇਹਨਾਂ ਦੇਸ਼ਾਂ ਵਿਦੇਸ਼ਾਂ ਦੀਆਂ ਵਸਤੂਆਂ ਇੱਥੇ ਆਪੇ ਹੀ ਚੱਲ ਕੇ ਆਉਂਦੀਆਂ ਨੇ, ਲੈਣ ਨਹੀਂ ਜਾਈਦੀਆਂ। ਸਾਧ ਸੰਗਤ ਜੀ ਇਹ ਅਸਲ 'ਚ ਬੰਦਗੀ ਦਾ ਪ੍ਰਤਾਪ ਹੁੰਦਾ। ਗੱਜ ਕੇ ਆਖੋ ਵਾਹਿਗੁਰੂ। ਇਹ ਬੰਦਗੀ ਦਾ ਪ੍ਰਤਾਪ ਹੁੰਦਾ, ਬੰਦਗੀ ਦਾ ਜੀ। ਵਸਤੂਆਂ ਆਪੇ ਆਉਣੀਆਂ ਜੀ। ਬਾਬਾ ਜੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਹੋਏ ਜੀ, ਬਹੁਤ ਵੱਡੇ ਗੁਰਮੁਖ ਮਹਾਂਪੁਰਖ, ਅਭਿਆਸੀ। ਕਮਰੇ 'ਚ ਹੀ ਰਹਿੰਦੇ ਹੁੰਦੇ ਸੀਗੇ ਜੀ। ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖਾਂ ਨੇ ਉਹਨਾਂ ਨੂੰ ਕਿਹਾ ਸੀ, 5 ਬਚਨ ਦਿੱਤੇ ਸੀ, ਛੋਟੇ ਜਿਹੇ ਹੁੰਦੇ ਸੀਗੇ। 5 ਬਚਨ ਦਿੱਤੇ ਸੀ, ਉਹਨਾਂ ਵਿੱਚੋਂ ਇੱਕ ਬਚਨ ਇਹ ਸੀ, ਅਜੀਤ ਸਿੰਘ ਤੁਸੀਂ ਕੋਈ ਵੀ ਵਸਤੂ ਬਾਜ਼ਾਰ 'ਚ ਖਰੀਦਣ ਨਹੀਂ ਜਾਣੀ, ਬਾਜ਼ਾਰ ਤੁਹਾਡੇ ਕੋਲ ਆਇਆ ਕਰੇਗਾ। ਉਹ ਕੁੰਡੀ ਬੰਦ ਰੱਖਦੇ ਸੀ, ਮੂਲ ਮੰਤਰ ਦਾ ਅਭਿਆਸ ਕਰਦੇ ਸੀ। ਉਹਨਾਂ ਨੇ ਨਾਲ ਦੇ ਸੰਗੀਆਂ ਨੇ ਮੈਨੂੰ ਦੱਸਿਆ ਜੀ, ਕਹਿੰਦੇ ਬਸ ਮੂਲ ਮੰਤਰ ਹੀ ਕਰਦੇ ਰਹਿੰਦੇ ਹੁੰਦੇ ਸੀ, ਮੂਲ ਮੰਤਰ ਹੀ ਕਰਦੇ ਰਹਿੰਦੇ ਹੁੰਦੇ ਸੀ। ਬਾਜ਼ਾਰ ਚੱਲ ਕੇ ਆਉਂਦਾ ਹੁੰਦਾ ਸੀਗਾ, ਬਾਜ਼ਾਰ ਦੀ। ਕਹਿੰਦੇ ਵੀ ਕੋਈ ਵੀ ਨਵੀਂ ਗੱਡੀ ਕਾਰ ਆਉਣੀ, ਕਦੀ ਕਿਸੇ ਸ਼ੋਰੂਮ 'ਚ ਨਹੀਂ ਸੀ ਗਏ, ਸੇਵਕ ਆਪੇ ਹੀ ਚੜਾ ਜਾਂਦੇ ਹੁੰਦੇ ਸੀ। ਉਹ ਮਹਾਂਪੁਰਖ ਇੰਨੇ ਵਰਖਤ ਸਨ, ਉਹਨਾਂ ਗੱਡੀਆਂ ਵੱਲ ਇੱਕ ਵਾਰੀ ਵੇਖਦੇ ਤੱਕ ਨਹੀਂ ਸੀ ਹੁੰਦੇ ਜੀ, ਵੀ ਕੋਈ ਦੇ ਕੇ ਗਿਆ ਜੀ, ਵਹਿੰਦੇ ਵੀ ਨਹੀਂ ਸੀ ਹੁੰਦੇ ਜੀ। ਜੇ ਗੁਰੂ ਨਾਨਕ ਗੁਰੂ ਕਲਗੀਧਰ ਜੀ ਦੇ ਸਿੱਖਾਂ ਕੋਲ ਬਾਜ਼ਾਰ ਚੱਲ ਕੇ ਆਉਂਦਾ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਤੇ ਮਾਲਕ ਨੇ, ਉਹਨਾਂ ਕੋ ਕਿਉਂ ਨਹੀਂ ਆਏਗਾ ਜੀ? ਉਹ ਤਾਂ ਮਾਲਕ ਨੇ। ਉਹ ਨੰਦ ਚੰਦ ਜੀ ਕਹਿੰਦੇ ਇੱਥੇ ਵਸਤੂਆਂ ਆਪੇ ਹੀ ਚੱਲ ਕੇ ਆਉਂਦੀਆਂ ਨੇ। ਹਾਂਜੀ, ਆਦ ਸਿੰਗਲਾ ਦੀਪ ਜਲਦ ਮਹਿ। ਸਿੰਗਲਾ ਦੀਪ ਜਿਹੜਾ ਟਾਪੂ ਹੈ ਸਮੁੰਦਰ ਦੇ ਵਿੱਚ, ਗੁਰ ਸਿੱਖ ਆਨਤ ਸੁਧ ਲਹਿ ਜਹ ਕਹਿ। ਭਾਈ ਉੱਥੋਂ ਵੀ ਗੁਰੂ ਕੇ ਸਿੱਖ ਆਉਂਦੇ ਆ। ਰਾਜਾ ਸ਼ਿਵਨਾਭ ਨੂੰ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦਿੱਤੇ ਹੀ ਜਾ ਕੇ ਜੀ, ਉਦੋਂ ਦਾ ਉਹ ਸਿੱਖ ਹੈ ਜੀ। ਏਵ ਬਿਲੋਕਤ
ਬਲੋਤ ਜੌਲੋ ਹਾਂਜੀ। ਆਇਓ ਝੂਲਤ ਕੁੰਚਰ ਤੌਲੋ। ਉਹ ਅੱਜ ਇਹ ਗੱਲਾਂ ਹੀ ਹੋ ਰਹੀਆਂ ਸੀ। ਉਹਨੇ ਚਿਰ ਨੂੰ ਪ੍ਰਸਾਦੀ ਹਾਥੀ ਉਹ ਵੀ ਝੂਲਦਾ ਹੋਇਆ ਸਾਧ ਸੰਗਤ ਜੀ ਆਇਆ। ਸਭ ਬਿਦ ਸੁੰਦਰ ਸਜਤ ਸ਼ਿੰਗਾਰਾ ਜਿਹਨੂੰ ਗੁਰਸਿੱਖਾਂ ਨੇ ਸਜਾਇਆ ਹੋਇਆ ਜੀ। ਹਾਂਜੀ, ਖਰੇ ਹੋਏ ਕਰ ਬੰਧਨ ਧਾਰਾ। ਵਾਹ ਵਾਹ, ਆਖੋ ਵਾਹਿਗੁਰੂ। ਵਾਹਿਗੁਰੂ। ਹਾਥੀ ਅੰਦਰ ਆਇਆ ਜੀ, ਪੰਡਾਲ ਚ ਆਇਆ ਤੇ ਸੱਜਿਆ ਹੋਇਆ ਸੋਹਣਾ ਬੜਾ ਹਾਥੀ। ਸਾਰਿਆਂ ਦੇ ਵਹਿੰਦੇ, ਭੀਮ ਚੰਦ ਦੇ ਵਹਿੰਦਿਆਂ ਉਸ ਹਾਥੀ ਨੇ ਕਲਗੀਧਰ ਜੀ ਨੂੰ ਮੱਥਾ ਟੇਕਿਆ ਜੀ ਆ ਕੇ। ਹਾਂਜੀ, ਜਿਤਕ ਰੋਟਕਾ ਕੀਰ ਆਕਾਰਾ ਸ਼ੋਭਤ ਤਿਤਤ ਸੁਪੇਦ ਨਿਲਾਰਾ। ਕਹਿੰਦੇ ਇੱਕ ਰੋਟੀ ਜਿੱਦਾਂ ਸਾਈਜ਼ ਹੁੰਦਾ ਨਾ, ਜੇ ਕੋਈ ਹੋਰ ਫੜ ਲਓ, ਇੱਕ ਪ੍ਰਸ਼ਾਦੇ ਦਾ ਜਿਹੜਾ ਫੜਾ ਲਓ ਯਾਰ, ਕੀ ਕਰਦੇ, ਪ੍ਰਸ਼ਾਦੇ ਦਾ ਜਿਹੜਾ ਸਾਈਜ਼ ਹੁੰਦਾ ਓਡਾ ਸਾਧ ਸੰਗਤ ਜੀ ਉਹਦੇ ਮੱਥੇ ਦੇ ਉੱਤੇ ਆਕਾਰ ਸੀਗਾ ਜੀ, ਚਿੱਟੇ ਰੰਗ ਦਾ ਜੀ। ਹਾਂਜੀ, ਤਹ ਤੇ ਧਾਰ ਤਰੇ ਕੋ ਚੀਨੀ। ਫਿਰ ਸੁੰਡ ਤੋਂ ਲੈ ਕੇ ਪੂਛ ਤੱਕ ਚਿੱਟੀ ਧਾਰ ਸੀਗੀ ਜੀ। ਹਾਂਜੀ, ਸਿਤ ਹੀ ਚਲੀ ਜਹਾਂ ਲਗ ਬੀਨੀ। ਅਪਰ ਸ਼ਿੰਗਾਰ ਹਜ਼ਾਰਨ ਕੇਰਾ ਗਜ ਗਾਹਨ ਜੁਤ ਦਿਪਤ ਬਡੇਰਾ। ਉਹਨੂੰ ਵੀ ਹਜ਼ਾਰਾਂ ਰੁਪਈਆਂ ਦਾ ਸ਼ਿੰਗਾਰ ਕੀਤਾ ਸੀ ਹਾਥੀ ਨੂੰ ਵੀ। ਸਾਧ ਸੰਗਤ ਜੀ ਗਜ ਗਾਹਨ ਸਹਿਤ ਚਮਕਾ ਮਾਰੇ ਹਾਥੀ ਕੇ ਤੇ ਮਹਾਰਾਜ ਨੂੰ ਮੱਥਾ ਟੇਕਣ ਦਿਆ ਜੀ ਉਹ। ਹਾਂਜੀ, ਭੀਮ ਚੰਦ ਅਵਲੋਕ ਗਯੰਦ। ਭੀਮ ਚੰਦ ਨੇ ਜਦੋਂ ਹਾਥੀ ਨੂੰ ਵੇਖਿਆ ਵੀ ਐਡਾ ਸੋਹਣਾ ਹਾਥੀ, ਉਤੋਂ ਉਸ ਹਾਥੀ ਨੇ ਆ ਕੇ ਜਦੋਂ ਮੱਥਾ ਟੇਕਿਆ, ਭਇਓ ਹਿਰਦੈ ਮਹਿ ਹਰਖ ਬਿਲੰਦ। ਭੀਮ ਚੰਦ ਵੀ ਖੁਸ਼ ਹੋ ਗਿਆ ਜੀ। ਵਾਹ ਵਾਹ ਵਾਹ। ਹਾਂਜੀ, ਬਿਕਸਿਓ ਬਦਨ ਅਜਾਇਬ ਨਾਨਾ ਅਧਿਕ ਦੂਰ ਤੇ ਕਿਨਹੂ ਆਨਾ। ਖਿੜਿਆ ਪਿਆ ਹਾਥੀ ਵੀ, ਜਿਹਨੂੰ ਮਹਾਰਾਜ ਸਪਰਸ਼ ਕਰਦੇ ਹੋਣ ਜੀ, ਬਾਜਾਂ ਵਾਲੇ ਆਪਣੇ ਹੱਥ ਦੀ ਛੋਹ ਦਿੰਦੇ ਹੋਣ, ਉਹ ਕਿਉਂ ਨਹੀਂ ਖਿੜੇਗਾ ਜੀ। ਉਹ ਸੋਚਦਾ ਵੀ ਬੜੇ ਦੂਰ ਦੇਸ਼ ਵਿੱਚੋਂ ਆਇਆ ਵਾ ਇਹ। ਹਾਂਜੀ, ਸ੍ਰੀ ਕਲਗੀ ਧਰ ਤਬ ਹੈ ਉਚਾਰਾ ਇਕ ਤੋ ਗਜ ਕੋ ਅਜਬ ਆਕਾਰਾ। ਫਿਰ ਹੁਣ ਮਹਾਰਾਜ ਬਚਨ ਕਰਦੇ ਆ, ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਰਾਜਨ ਇੱਕ ਤਾਂ ਇਸ ਹਾਥੀ ਦਾ ਆਕਾਰ ਛੋਟਾ ਆ। ਹਾਂਜੀ, ਪੁੰਨ ਗੁਣ ਗਨ ਕੋ ਇਸਮੈ ਲਹੀਅਤ। ਮਹਾਰਾਜ ਕਹਿਣ ਲੱਗੇ ਫਿਰ ਗੁਣ ਬੜੇ ਇਹਦੇ ਵਿੱਚ ਕਹਿਣ ਲੱਗੇ। ਹਾਂਜੀ, ਕਰਹਿ ਕਾਰ ਜੋ ਮੁਖ ਤੇ ਕਹੀਅਤ। ਜੋ ਅਸੀਂ ਮੁਖੋਂ ਕਵਾਂਗੇ ਨਾ, ਇਹ ਹਾਥੀ ਉਹ ਕੰਮ ਕਰੇਗਾ। ਹਾਂਜੀ, ਸਭ ਮਤ ਯੁਤ ਚਤੁਰਾਈ ਵਿਸ਼ੇਸ਼ ਇਮ ਜਿਮ ਮਾਨੁਖ ਕੀ ਲਖੀਏ ਅਸ਼ੇਖ। ਹਰ ਤਰ੍ਹਾਂ ਕਰਕੇ ਇਹਦੀ ਬੁੱਧੀ ਬੜੀ ਸਿਆਣੀ ਹੈ। ਮਹਾਰਾਜ ਕਹਿੰਦੇ, ਵੇਖੋ ਮਹਾਰਾਜ ਪਤਾ ਕੀ ਕਹਿਣ ਲੱਗੇ, ਕਹਿੰਦੇ ਜਿਵੇਂ ਬੜਾ ਸਿਆਣਾ ਬੰਦਾ ਹੁੰਦਾ ਨਾ, ਉਹਦੀ ਬੁੱਧੀ ਹੁੰਦੀ ਹੈ, ਉਵੇਂ ਇਹਦੀ ਬੁੱਧੀ ਵੀ ਮਨੁੱਖਾਂ ਵਾਂਗੂ ਹੈ। ਕਹਿਣ ਲੱਗੇ ਸਿਆਣੇ ਬੰਦਿਆਂ ਵਾਂਗੂ। ਹਾਂਜੀ, ਸੁਨ ਗੁਰਬਾਣੀ ਗਿਰਪਤ ਬੋਲਾ ਇਹ ਕੁੰਚਰ ਪ੍ਰਭ ਅਹੈ ਅਮੋਲਾ। ਭੀਮ ਚੰਦ ਕਹਿੰਦਾ, ਮਹਾਰਾਜ ਹਾਂ ਇਹ ਤਾਂ ਅਮੁੱਲਕ ਹੈਗਾ ਮਹਾਰਾਜ, ਇਹਦਾ ਤਾਂ ਅਮੁੱਲ ਹੈ ਮਹਾਰਾਜ। ਹਾਂਜੀ, ਜਿਸ ਕੇ ਸਮ ਦੂਸਰ ਨਹਿ ਔਰ। ਇਸ ਵਰਗਾ ਹਾਥੀ ਮੈਂ ਆਪਣੀ ਜ਼ਿੰਦਗੀ ਵਿੱਚ ਨਹੀਂ ਵੇਖਿਆ ਕਹਿੰਦਾ। ਹਾਂਜੀ, ਦੇਸ਼ ਵਿਦੇਸ਼ ਅਨੇਕੈ ਠੌਰ। ਦੇਸ਼ ਵਿਦੇਸ਼ ਵੇਖੇ, ਬੜੀਆਂ ਥਾਵਾਂ ਵੇਖੀਆਂ ਕਹਿੰਦਾ ਮੈਂ, ਰਾਜਾ ਨਾ ਜੀ ਫਿਰ। ਹਾਂਜੀ, ਅਦਭੁਤ ਗੁਣ ਹੈ ਜਥਾ ਬਤਾਵੋ। ਤੇ ਜਿਵੇਂ ਆਪ ਜੀ ਦੱਸ ਰਹੇ ਹੋ ਵੀ ਇਹਦੇ ਵਿੱਚ ਬੜੇ ਗੁਣ ਨੇ। ਹਾਂਜੀ, ਕਿਰਪਾ ਧਾਰ ਕਰ ਸਭ ਦਿਖਰਾਵੋ। ਮਹਾਰਾਜ ਉਹ ਗੁਣ ਕਿਰਪਾ ਕਰਕੇ ਮੈਨੂੰ ਵਿਖਾ ਵੀ ਦਿਓ। ਹਾਂਜੀ, ਚੌਰ ਕਰੀ ਕਰ ਮੈਂ ਪਕਰਾਇਓ। ਮਹਾਰਾਜ ਕਹਿੰਦੇ ਵਿਖਾ ਦਿੰਨੇ ਆ। ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਇਸ਼ਾਰਾ ਕੀਤਾ ਤੇ ਜਿਸ ਸਿੱਖ ਦੇ ਹੱਥ 'ਚ ਚੌਰ ਸਾਹਿਬ ਸੀ ਨਾ, ਉਹ ਫਿਰ ਚੌਰ ਇਹਨੂੰ ਫੜਾਇਆ ਜੀ ਹਾਥੀ ਨੂੰ, ਉਹਦੀ ਸੁੰਡ 'ਚ ਰੱਖਤਾ ਜੀ। ਹਾਂਜੀ, ਗੁਰ ਢਿੱਗ ਪਾਛੇ ਖਰੇ ਝੁਲਾਇਓ। ਹਾਥੀ ਖਲੋ ਗਿਆ ਅੱਗੇ, ਫਿਰ ਮਗਰ ਤੇ ਮਗਰ ਖਲੋ ਕੇ
ਇਉਂ ਚੌਰ ਸਾਹਿਬ ਉੱਚਾ ਕਰੇ ਜਿਵੇਂ ਸਿਆਣਾ ਸਿੱਖ ਚੌਰ ਸਾਹਿਬ ਕਰਦਾ ਜੀ। ਹਾਂਜੀ। ਪੁੰਨ ਜਲ ਝਾਰੀ ਕਰ ਗਹਿਵਾਈ। ਚੌਰ ਸਾਹਿਬ ਜਦੋਂ ਕਰਨ ਦਿਆ ਤੇ ਵਾਹ ਵਾਹ ਵਾਹ, ਭੀਮ ਚੰਦ ਤੇ ਖੁਸ਼, ਕਹਿੰਦਾ ਵੀ ਕੋਈ ਹਾਥੀ ਅੱਜ ਤੱਕ ਚੌਰ ਕਰਦਾ ਨਹੀਂ ਵੇਖਿਆ। ਫਿਰ ਭਾਈ ਸਾਹਿਬ ਲਿਖਦੇ ਪੁੰਨ ਜਲ ਝਾਰੀ ਕਰ ਗਹਿਵਾਈ। ਚੌਰ ਸਾਹਿਬ ਕਰਕੇ ਵਿਖਾਇਆ ਜੀ। ਇਹ ਵੀ ਮਹਾਰਾਜ ਦੀ ਇੱਕ ਸ਼ੋਭਾ ਸੀਗੀ ਜੀ, ਹਾਥੀ ਵੀ। ਫਿਰ ਸੁਰਾਈ ਫੜਾਈ ਜੀ ਉਹਨੂੰ, ਜਿਹਦੇ ਚੋਂ ਜਲ ਨਿਕਲਦਾ ਸੀਗਾ। ਹਾਂਜੀ। ਸਮ ਸੇਵਕ ਕੇ ਚਰਨ ਧਵਾਈ। ਤੇ ਜਿਵੇਂ ਸਿਆਣਾ ਸਿੱਖ ਆਪਣੇ ਸਤਿਗੁਰੂ ਜੀ ਦੇ ਚਰਨ ਧੋਂਦਾ ਨਾ, ਉਵੇਂ ਫਿਰ ਸਾਧ ਸੰਗਤ ਜੀ ਉਹ ਮਹਾਰਾਜ ਦੇ ਚਰਨ ਧੋ ਰਿਹਾ ਜੀ, ਚਰਨ ਧੋ ਰਿਹਾ। ਵੈਸੇ ਤਾਂ ਚਿੱਤਰ ਬਣਨਾ ਚਾਹੀਦਾ, ਪੇਂਟਿੰਗ ਬਣਨੀ ਚਾਹੀਦੀ ਉਸ ਸਾਥੀ ਦੀ, ਵੀ ਮਹਾਰਾਜ ਬੈਠੇ ਉਹ ਚੌਰ ਕਰਦਾ, ਮਹਾਰਾਜ ਬੈਠੇ ਆ ਉਹ ਚਰਨ ਧਵਾ ਰਿਹਾ ਜੀ। ਹਾਂਜੀ। ਪਟ ਕੋ ਪਕਰ ਪਹੁੰਚ ਨਾ ਕਰੇ। ਚਰਨ ਧਵਾਏ ਜੀ, ਸੁਰਾਈ ਉਹਨੇ ਰੱਖਤੀ ਜੀ, ਸਿੱਖ ਨੇ ਲਾਗੇ ਤੌਲੀਆ ਕਰਤਾ, ਬਸਤਰ ਕਰਤਾ ਜੀ। ਉਹਨੇ ਫਿਰ ਮਹਾਰਾਜ ਦੇ ਚਰਨ ਪੂੰਝ ਕੇ ਵਿਖਾਏ ਜੀ ਸਾਰਿਆਂ ਦੇ ਵਿੱਚ ਜੀ। ਹਾਂਜੀ। ਪਨਹੀ ਝਾਰ ਅਗਾਰੀ ਧਰੇ। ਤੇ ਜੋੜਾ ਝਾੜ ਕੇ ਨਾ, ਆਪਣੀ ਸੁੰਡ ਦੇ ਵਿੱਚ ਰੱਖ ਕੇ ਜੋੜਾ ਝਾੜ ਕੇ ਐਨ ਮਹਾਰਾਜ ਦੇ ਚਰਨਾਂ ਵਿੱਚ ਰੱਖਿਆ ਜੀ। ਹਾਂਜੀ। ਪੁੰਨ ਸਤਿਗੁਰ ਗਹਿ ਕਰ ਧਨ ਹਾਥ। ਸੁਰ ਬਗਰਾਏ ਐਂਚ ਬਲ ਸਾਥ। ਆਖੋ ਸ੍ਰੀ ਵਾਹਿਗੁਰੂ। ਫਿਰ ਸਤਿਗੁਰਾਂ ਨੇ ਧਨੁਸ਼ ਫੜਿਆ ਤੇ ਸਰ ਬਗਰਾਏ ਐਂਚ ਬਲ ਸਾਥ, ਵਿੱਚ ਲਾਇਆ ਤੀਰ ਤੇ ਪੂਰੇ ਬਲ ਨਾਲ ਛੱਡਿਆ ਮਹਾਰਾਜ ਨੇ। ਹਾਂਜੀ। ਕੁੰਚਰ ਕੋ ਦਿਖਾਏ ਚਲਾਏ। ਹਾਥੀ ਨੂੰ ਵਿਖਾ ਕੇ ਸਤਿਗੁਰਾਂ ਨੇ ਉਹ ਤੀਰ ਛੱਡਿਆ ਜੀ। ਬੀਚ ਲੱਛ ਕੇ ਤਾਕ ਲਗਾਏ। ਐ ਨਿਸ਼ਾਨੇ ਵਿੱਚ ਖਿੱਚ ਕੇ ਮਹਾਰਾਜ ਨੇ ਤੀਰ ਚਲਾਇਆ। ਸ਼ੂਕਤ ਜਾਤ ਸਰਪ ਸਮ ਖਪਰੇ। ਉਹ ਤੀਰ ਖਪਰਾ ਤੀਰ ਐ ਸੱਪ ਵਾਂਗੂ, ਜਿਵੇਂ ਉੱਡਣਾ ਸੱਪ ਹੁੰਦਾ ਉਹਦੇ ਵਾਂਗੂ ਜਾ ਰਿਹਾ ਹੈ। ਕੇ ਹਰ ਹਤ ਹੈ ਕਹਾਂ ਨਰ ਬਪਰੇ। ਸਾਧ ਸੰਗਤ ਜੀ, ਕੇ ਹਰ ਹਤ ਹੈ ਕਹਾਂ ਨਰ ਬਪਰੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਸਤਿਗੁਰੂ ਦਾ ਚਲਾਇਆ ਤੀਰ ਸ਼ੇਰ ਮਾਰ ਦੇਗਾ, ਬੰਦਾ ਕੀ ਚੀਜ਼ ਹੈ। ਸ਼ੇਰ ਤਾਂ ਇੱਕ ਗੋਲੀ ਨਾਲ ਨਹੀਂ ਮਰਦਾ, ਕਈ ਗੋਲੀਆਂ ਮਾਰੀਏ ਤੇ ਫਿਰ ਉਹ ਠੰਡਾ ਹੁੰਦਾ ਜੀ। ਤੇ ਉਹ ਤਾਂ ਸਾਧ ਸੰਗਤ ਜੀ ਸ਼ੇਰ ਮਾਰਦੇ ਮਹਾਰਾਜ ਦਾ ਤੀਰ, ਬੰਦਾ ਕੀ ਚੀਜ਼ ਹੈ। ਪੁੰਨ ਕੁੰਚਰ ਕੋ ਸ਼ਾਰਤ ਕੀਨ। ਫਿਰ ਜਦੋਂ ਪਹੁੰਚ ਗਿਆ ਨਾ ਤੀਰ ਉੱਥੇ ਦੂਰ, ਮਹਾਰਾਜ ਨੇ ਹਾਥੀ ਨੂੰ ਇਸ਼ਾਰਾ ਕੀਤਾ। ਗਮਨੋ ਆਨ ਬਾਨ ਕੋ ਚੀਨ। ਤੇ ਸਤਿਗੁਰੂ ਗਰੀਬ ਨਵਾਜ ਮੁਖੋਂ ਕਹਿੰਦੇ ਪ੍ਰਸਾਦੀ ਤੀਰ ਲੱਭ ਕੇ ਲੈ ਕੇ ਆ। ਹਾਂਜੀ। ਚਪਲ ਚਾਲ ਤੇ ਚੱਲਿਓ ਸੁਹਾਵਤ। ਉਹ ਬੜੀ ਸੋਹਣੀ ਚਾਲੇ, ਐ ਡੋਲਦਾ ਤੁਰਿਆ ਜਾਂਦਾ। ਘਰ ਕੀ ਕਿੰਕਨ ਅਲਪ ਬਜਾਵਤ। ਉਹਦੇ ਗਲ 'ਚ ਟੱਲੀਆਂ ਬੱਧੀਆਂ ਸੀ, ਉਹ ਵੱਜ ਰਹੀਆਂ, ਉਹ ਤੁਰ ਰਿਹਾ। ਕੰਚਨ ਚੂੜ ਦਸਨ ਮਹਿ ਪਾਏ। ਦੰਦਾਂ ਦੇ ਉੱਤੇ ਸੋਨੇ ਦਾ ਚੂੜਾ ਚੜਿਆ ਸੀ। ਰਜਤ ਸ਼੍ਰਿੰਖਲਾ ਪਾਏ ਸੁਹਾਏ। ਪੈਰਾਂ ਵਿੱਚ ਚਾਂਦੀ ਦੇ ਵੱਡੇ ਵੱਡੇ ਕੜੇ ਪਾਏ ਸੀ, ਸੰਗਲ ਪਾਏ ਸੀ। ਉਤਲਾਵਤ ਪਹੁੰਚਿਓ ਤਹ ਜਾਈ। ਛੇਤੀ ਨਾਲ ਗਿਆ ਟੱਲੀਆਂ ਵਜਾਉਂਦਾ ਉਧਰ ਨੂੰ। ਗੱਡੇ ਖਰੇ ਜਹ ਸਰ ਸਮੁਦਾਈ। ਤੇ ਜਿੱਥੇ ਸਤਿਗੁਰੂ ਜੀ ਦਾ ਤੀਰ ਲੱਗਾ ਸੀ ਨਾ ਜਾ ਕੇ। ਹਾਂਜੀ। ਬੀਨ ਬੀਨ ਬੀਨੀ ਸੰਗ ਬਾਨਾ। ਹਾਂਜੀ। ਕਰੇ ਬਟੋਰਨ ਜਿਸ ਬਰਨ ਬਾਨਾ। ਕਈ ਤੀਰ ਮਹਾਰਾਜ ਨੇ ਚਲਾਏ, ਉਹ ਸਾਰੇ ਤੀਰ ਲੱਭ ਕੇ ਲੈ ਕੇ ਆਇਆ। ਆਨ ਪ੍ਰਭੂ ਕੇ ਆਗੇ ਧਰੇ। ਲੇਕਰ ਬਸਤਰ ਪਹੁੰਚਬੋ ਕਰੇ। ਤੇ ਸਤਿਗੁਰਾਂ ਦੇ ਅੱਗੇ ਰੱਖੇ ਸਾਧ ਸੰਗਤ ਜੀ। ਆਖੋ ਵਾਹਿਗੁਰੂ। ਇਸ ਤਰ੍ਹਾਂ ਕਰਤੱਵ ਵਿਖਾਏ। ਅਜੇ 9 ਪੌੜੀਆਂ ਪਈਆਂ ਜੀ ਇਸ ਪ੍ਰਸੰਗ ਦੀਆਂ, ਪਰ ਟਾਈਮ ਹੋ ਗਿਆ, ਬਾਕੀ ਕੱਲ ਨੂੰ ਸੁਣ ਲਾਂਗੇ ਜੀ। ਭੀਮ ਚੰਦ ਵੇਖ ਰਿਹਾ ਜੀ, ਜੋ ਗੁਰੂ ਦਰਬਾਰ ਵਿੱਚ ਉਹਨੇ ਵੇਖਿਆ ਆਪਣੀ ਜ਼ਿੰਦਗੀ 'ਚ ਕਿਤੇ ਹੋਰ ਨਹੀਂ ਸੀ ਵੇਖਿਆ ਉਹਨੇ ਜੀ, ਕਿਤੇ ਹੋਰ ਨਹੀਂ ਸੀ ਵੇਖਿਆ। ਹੈਰਾਨ ਹੋ ਗਿਆ ਜੀ। ਇਹ ਗੁਰੂ ਦਰਬਾਰ ਦੀ ਸ਼ੋਭਾ ਸਾਧ ਸੰਗਤ ਜੀ। ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਵੇਖੋ ਮਾਣ ਹੋਣਾ ਚਾਹੀਦਾ
ਅਸੀਂ ਉਸੇ ਦਰਬਾਰ ਦੇ ਸਿੱਖ ਹਾਂ ਜੀ, ਉਸ ਸਤਿਗੁਰੂ ਦੇ ਸਿੱਖ ਹਾਂ ਜੀ। ਸਤਿਗੁਰੂ ਜੀ ਦਇਆ ਕਰਨ, ਕਿਰਪਾ ਕਰਨ, ਮਿਹਰ ਕਰਨ, ਬਖਸ਼ਿਸ਼ ਕਰਨ। ਹੁਣ 2 ਮਿੰਟ ਵਾਹਿਗੁਰੂ ਵਾਹਿਗੁਰੂ ਕਰਕੇ ਫਿਰ ਖਿਮਾ ਮੰਗੀਏ। ਪਿਆਰ ਨਾਲ ਗੱਜ ਕੇ ਕਹੋ ਜੀ, ਵਾਹਿਗੁਰੂ 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 ਸਤਿਗੁਰੂ ਜੀ ਮਿਹਰ ਕਰਨ, ਭੁੱਲਾਂ ਦੀ ਮਾਫੀ ਬਖਸ਼ਣੀ। ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।